ਰੌਲਾ ਰੱਪਾ ਵੀ ਪੈ ਗਿਆ, ਦੰਗੇ ਵੀ ਹੋ ਗਏ, ਲੋਕ ਵੀ ਮਰ ਗਏ, ਪ੍ਰਦਰਸ਼ਨ ਵੀ ਹੋ ਗਏ, ਕਾਨੂੰਨ ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਪਾਸ ਕਰਤਾ ਤੇ ਰਾਸ਼ਟਰਪਤੀ ਜੀ ਨੇ ਵੀ ਪਾਸ ਕਰਤਾ, ਪਰ ਲਾਗੂ ਫੇਰ ਨਹੀਂ ਹੋਇਆ। ਹੁਣ ਲਾਗੂ ਕਿਉਂ ਨਹੀਂ ਹੋਇਆ? ਕਿਉਂਕਿ ਕਾਨੂੰਨ ਦੇ ਜਿਹੜੇ ਨਿਯਮ ਤੇ ਕਾਇਦੇ ਨੇ ਉਹ ਸਾਰੇ ਦੇ ਸਾਰੇ ਹਾਲੇ ਤੱਕ ਸੈੱਟ ਨਹੀਂ ਕੀਤੇ ਗਏ। ਹੁਣ ਇੱਕ ਐਸਾ ਕਾਨੂੰਨ ਹੈ ਜਿਹੜਾ ਬਣ ਵੀ ਗਿਆ, ਪਾਸ ਵੀ ਕਰਤਾ ਤੇ ਨਿਯਮ ਹਾਲੇ ਸੈੱਟ ਨਹੀਂ ਹੋਏ। ਇਹ ਤਾਂ ਸਰਕਾਰਾਂ ਹੀ ਜਾਣਨ, ਅਸੀਂ ਉਹਨਾਂ ਦੀਆਂ ਗੱਲਾਂ 'ਚ ਕੀ ਗੱਲ ਕਰ ਰਹੇ। ਹੁਣ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਇਹਨਾਂ ਨੇ CBI ਦੇ ਉੱਤੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਸੀ। ਇਹਨਾਂ ਨੇ ਕਿਹਾ ਸੀਗਾ ਕਿ CBI ਤਾਂ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਹੈ, ਕਿ 92 ਲੋਕ ਜਿੱਤ ਗਏ ਨੇ ਤੇ 92 ਦੇ 92 ਬਹੁਤ ਚੰਗੇ ਹੋਣ ਜਾਂ 92 ਦੇ 92 ਨਵਜੋਤ ਸਿੰਘ ਸਿੱਧੂ ਹੋਣ ਜਾਂ 92 ਦੇ 92 ਭਗਵੰਤ ਮਾਨ ਹੋਣ, ਇਹ ਸੰਭਵ ਨਹੀਂ ਹੈਗਾ। ਪੰਜਾਬ ਤੇ ਬੰਗਾਲ ਦੇ ਬਾਰੇ 'ਚ ਅਕਸਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੇ ਨੇ ਇਹ ਵਿਰੋਧੀ ਸੁਰ ਵਾਲੇ ਸੂਬੇ ਨੇ ਤੇ ਇਹ ਜਿਹੜੀ ਸਥਾਪਤੀ ਆ ਉਹਦੇ ਖਿਲਾਫ ਅਕਸਰ ਭੁਗਤਦੇ ਰਹਿੰਦੇ ਨੇ। ਗੱਲ ਜਿਹੜੀ ਆ ਉਹ ਪਾਣੀ ਗਲ ਆ ਗਿਆ ਤੇ ਫਿਰ ਉਹ 9 ਮਾਸ ਦਾ ਰਿਸ਼ਤਾ ਜਿਹੜਾ ਉਹ ਟੁੱਟਿਆ। ਤੇ ਉਸ ਦਿਨ ਤੋਂ ਹੀ ਇਸ ਗੱਲ ਦੀ ਚਰਚਾ ਹੁੰਦੀ ਰਹੀ ਕਿ ਇਹ ਰਿਸ਼ਤਾ ਜਿਹੜਾ ਆ ਉਹ ਟੁੱਟਿਆ ਨਹੀਂ ਹੈਗਾ, ਇਹ ਤਾਂ ਸਿਰਫ ਔਰ ਸਿਰਫ ਗੱਲੀ ਬਾਤੀ ਟੁੱਟਿਆ, ਅੰਦਰੋਂ ਸਾਰੇ ਇੱਕ ਹੀ ਨੇ। ਸਿਕੰਦਰ ਸਿੰਘ ਮਲੂਕਾ ਜੀ ਦਾ ਕਹਿਣਾ ਕਿ ਗੱਠਜੋੜ ਹੋ ਰਿਹਾ ਤੇ ਅਸ਼ਵਨੀ ਸ਼ਰਮਾ ਦਾ ਇਹ ਕਹਿਣਾ ਕਿ ਇਹ ਗੱਠਜੋੜ ਜਿਹੜਾ ਕਤਈ ਸੰਭਵ ਨਹੀਂ ਆ। ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਇੰਜ ਲੱਗਦਾ ਹੈ ਕਿ ਅਕਾਲੀ ਦਲ ਤੇ ਕਾਲਾ ਹੈ ਤੇ BJP ਵਾਲੇ ਇਸ ਚੀਜ਼ ਨੂੰ ਨਕਾਰ ਰਹੇ। ਸ਼ਹਿਰਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਸ ਤਰੀਕੇ ਦੇ ਨਾਲ ਏਕੜਾਂ ਦੇ ਵਿੱਚ ਜ਼ਮੀਨ, ਕਿਤੇ 20 ਏਕੜ, ਕਿਤੇ 40 ਏਕੜ, ਕਿਤੇ 50 ਏਕੜ, ਕਿਤੇ 10 ਏਕੜ, ਪਿਛਲੇ 2 ਦਿਨਾਂ ਦੇ ਵਿੱਚ ਕਹਿੰਦੇ ਕਿ 100 ਏਕੜ ਤੋਂ ਵੱਧ ਜ਼ਮੀਨ ਖਾਲੀ ਕਰਾ ਲਈ। ਤੇ ਕੀ ਇਹ ਜਿਹੜੀਆਂ ਸਾਡੇ ਸਮੇਂ ਦੀਆਂ ਬੀਤੇ ਦੀਆਂ ਸਰਕਾਰਾਂ ਸੀ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਸੀ ਜਾਂ ਉਹ ਫਿਰ ਇਹ ਸਾਰਾ ਕੁਝ ਕਰਨਾ ਨਹੀਂ ਚਾਹੁੰਦੇ ਸੀ? ਪੰਜਾਬੀ ਨੈਸ਼ਨਲ TV ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਸਿਆਸੀ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਹੋਣਗੇ ਸਾਡੇ ਐਕਸਪਰਟ ਅੰਮ੍ਰਿਤਪਾਲ ਸ਼ਰਮਾ ਜੀ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸੁਡੀਨ ਜੀ, ਬਹੁਤ-ਬਹੁਤ ਸ਼ੁਕਰੀਆ। ਸ਼ੁਰੂਆਤ ਕਰਨੀ ਜੀ ਅੱਜ ਮੈਂ ਭਾਜਪਾ ਤੋਂ। ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਜਿਹੜੇ ਕਦੇ ਵੱਡੇ ਭਾਈ ਹੁੰਦੇ ਸੀ ਉਹ ਅੱਜ ਨਾ 3 'ਚ ਦਿਖੇ ਨਾ 13 'ਚ ਦਿਖੇ। ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਕੋਈ ਗੱਠਜੋੜ ਨਹੀਂ ਕਰਨਾ, ਅਸੀਂ ਇਹਨਾਂ ਦੇ ਇਲਜ਼ਾਮਾਂ ਦਾ ਜਿਹੜਾ ਭਾਰ ਆ ਉਹ ਨਹੀਂ ਢੋ ਸਕਦੇ। ਕਿੰਝ ਵੇਖਦੇ ਹੋ ਇਸ ਬਿਆਨ ਨੂੰ? ਇਸ ਬਿਆਨ ਨੂੰ ਦੇਖਣ ਤੋਂ ਪਹਿਲਾਂ ਮੈਨੂੰ ਯਾਦ ਆਉਂਦੇ ਆ ਕੁਝ ਉਹ ਪੁਰਾਣੇ ਚਿਹਰੇ ਜਿਨ੍ਹਾਂ 'ਚ ਅਟਲ ਬਿਹਾਰੀ ਵਾਜਪੇਈ, ਮੁਰਲੀ ਮਨੋਹਰ ਜੋਸ਼ੀ, ਅਡਵਾਨੀ ਸਾਹਿਬ, ਇੱਧਰ ਪ੍ਰਕਾਸ਼ ਸਿੰਘ ਬਾਦਲ ਜੀ, ਜਿਹੜੇ ਆਪਣੀ ਉਮਰ ਦੇ 10ਵੇਂ ਦਹਾਕੇ 'ਚ ਚੱਲਦੇ ਪਏ ਨੇ, 9 ਪੂਰੇ ਕਰ ਚੁੱਕੇ ਨੇ, 90 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੈ। ਤੇ ਸਮਾਂ ਅਟਲ ਬਿਹਾਰੀ ਵਾਜਪੇਈ ਦੀ ਸੱਤਾ 'ਚ ਆਉਣ ਦਾ ਤੇ BJP ਦਾ 2 ਸੀਟਾਂ 1980ਵਿਆਂ ਦੇ ਵਿੱਚ ਲੈ ਕੇ ਉਸ ਤੋਂ ਬਾਅਦ ਉਹਨਾਂ ਨੇ ਪੂਰੇ ਭਾਰਤ ਵਿੱਚ ਇੱਕ ਮਾਰਕਾ ਬਣਾਇਆ। ਕਾਂਗਰਸ ਦੀ ਜਿਹੜੀ ਇੱਕ ਛਤਰਤਾ ਸੀ, ਜਿਹੜੀ ਇੱਕ ਉਹਨਾਂ ਦੀ ਇੱਕ ਪੂਰੀ ਦੇ ਪੂਰੇ ਭਾਰਤ ਦੇ ਉੱਤੇ ਇੱਕ ਕਬਜ਼ਾ ਸੀ, ਉਹਨੂੰ ਤੋੜਿਆ। ਹਾਲਾਂਕਿ ਇਹ ਕਬਜ਼ਾ ਜਨਤਾ ਦਲ ਵੱਲੋਂ ਵੀ ਜਾਂ ਕੁਝ ਰਲੀਆਂ ਮਿਲੀਆਂ ਪਾਰਟੀਆਂ ਵੱਲੋਂ ਪਹਿਲਾਂ ਵੀ ਤੋੜਿਆ ਗਿਆ ਸੀ, ਪਰ ਬਹੁਤ ਵੱਡੇ ਪੱਧਰ ਦੇ ਉੱਤੇ BJP ਜਿਹੜੀ ਸੀ ਉਹ ਅੱਗੇ ਆਈ। ਤੇ BJP ਦੇ ਨਾਲ ਜਿਹੜੇ ਪਹਿਲੇ ਦਿਨ ਤੋਂ ਜੁੜੇ ਹੋਏ ਲੋਕ ਸੀ, ਹਾਲਾਂਕਿ ਬਾਅਦ ਵਿੱਚ ਹੋਰ ਬਹੁਤ ਸਾਰੇ ਲੋਕ ਜੁੜੇ ਤੇ ਬਹੁਤ ਸਾਰੇ ਲੋਕ ਛੱਡ ਕੇ ਵੀ ਗਏ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਆ ਉਹ ਸ਼ਿਵ ਸੈਨਾ ਤੇ ਪ੍ਰਕਾਸ਼ ਸਿੰਘ ਬਾਦਲ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਆਉਂਦਾ ਸੀ। ਇਸ ਗੱਠਜੋੜ ਨੂੰ ਕਈ ਵਾਰ ਇਸ ਗੱਲ ਦੇ ਉੱਤੇ ਨਿੰਦਿਆ ਵੀ ਜਾਂਦਾ ਸੀਗਾ ਕਿ ਇਹ ਜਿਹੜਾ ਆ ਉਹ ਸਿਰਫ ਔਰ ਸਿਰਫ ਮੌਕੇ ਦੀ ਰਾਜਨੀਤੀ ਆ, ਪਰ ਇਹ ਬਹੁਤ ਲੰਬਾ ਸਮਾਂ ਗੱਠਜੋੜ ਜਿਹੜਾ ਉਹ ਚੱਲਦਾ ਰਿਹਾ। ਸਵਲੀਨ ਜੀ, ਅਸੀਂ ਜਾਣਦੇ ਹਾਂ ਕਿ ਰਾਜਨੀਤੀ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਸਥਾਈ ਨਹੀਂ ਹੈਗੀ, ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਅਟਲ ਬਿਹਾਰੀ ਵਾਜਪੇਈ ਦਾ ਇੱਕ ਦੌਰ ਆਇਆ, ਦੂਸਰਾ ਦੌਰ ਉਹਨਾਂ ਨੇ ਪੂਰੀ 5 ਸਾਲ ਦੀ ਟਰਮ ਕੀਤੀ, ਇੰਡੀਆ ਸ਼ਾਈਨਿੰਗ ਦਾ ਨਾਅਰਾ ਦਿੱਤਾ, ਇਲੈਕਸ਼ਨਸ ਕਰਵਾਈਆਂ, ਉਹ ਹਾਰ ਗਏ। ਬਾਅਦ ਵਿੱਚ ਮਨਮੋਹਨ ਸਿੰਘ ਨੇ 2 ਟਰਮਾਂ ਜਿਹੜੀਆਂ ਉਹ ਰਾਜਨੀਤੀ ਪੂਰੇ ਭਾਰਤ ਵਿੱਚ ਕੀਤੀ। ਫਿਰ ਦੌਰ ਆਇਆ ਕਿ ਮੋਦੀ ਸਾਹਿਬ ਨੇ ਇੱਕ ਨਵੇਂ ਸਿਆਸੀ ਪਿੜ ਦਾ ਗਠਨ ਕੀਤਾ ਤੇ ਉਹ ਦਿੱਲੀ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੋ ਗਏ। ਤੇ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹਿਣ ਜਾਣ ਲੱਗਿਆ ਕਿ ਰਾਸ਼ਟਰਪਤੀ ਨਹੀਂ ਤਾਂ ਉਪ ਰਾਸ਼ਟਰਪਤੀ ਤੇ ਬਣ ਹੀ ਜਾਣਗੇ। ਪਰ 2019 ਜਦੋਂ BJP ਦੂਜੀ ਵਾਰ ਜਿੱਤੀ ਤੇ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਹੁਣ ਸਾਨੂੰ ਇਹਨਾਂ ਦੀ ਲੋੜ ਨਹੀਂ। ਜਿੱਦਾਂ ਤੁਸੀਂ ਦੱਸਿਆ ਕਿ ਵੱਡੇ ਭਰਾ ਛੋਟੇ ਬਣ ਗਏ, 3 ਤੇ 13 ਵਾਲੀ ਸਥਿਤੀ ਜਿਹੜੀ ਆ ਉਹ
ਕਈ ਪਾਸਿਆਂ ਤੋਂ ਬਿਖਰਦੀ ਹੋਈ ਨਜ਼ਰ ਆਈ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਤੋਂ ਤੇ ਨਾਲ ਦੀ ਨਾਲ ਹੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵਾਲੇ ਪਾਸੇ ਤੋਂ ਵੀ। ਪੰਜਾਬ ਦੀਆਂ ਇਲੈਕਸ਼ਨਸ ਦਾ ਦੌਰ ਆ ਗਿਆ, ਕਿਸਾਨ ਅੰਦੋਲਨ ਉਸ ਤੋਂ ਇੱਕ ਪਹਿਲਾਂ ਦੀ ਬੜੀ ਵੱਡੀ ਘਟਨਾ ਦੇ ਰੂਪ ਵਿੱਚ ਦੇਖਿਆ ਜਾਣ ਲੱਗਾ, ਜਦੋਂ ਉਹ ਬਿੱਲ ਜਿਹੜੇ ਸੀ ਪਾਸ ਹੋਏ ਤੇ ਅਕਾਲੀ ਦਲ ਵੱਲੋਂ ਇੱਕਮਾਤਰ ਜਿਹੜੀ ਮੰਤਰੀ ਸੀ ਬਾਦਲ ਪਰਿਵਾਰ ਦੀ ਨੂੰਹ, ਉਹ ਵੀ ਪਾਰਲੀਮੈਂਟ ਦੇ ਵਿੱਚ ਮੰਤਰੀ ਸੀ ਤੇ ਉਹਨਾਂ ਦੀ ਮਹਿਕਮਾ ਵੀ ਜਿਹੜਾ ਖੇਤੀਬਾੜੀ ਦੇ ਨਾਲ ਫੂਡ ਪ੍ਰੋਸੈਸਿੰਗ ਦਾ ਜੁੜਿਆ ਹੋਇਆ ਸੀ ਉਹਦੇ ਵਿੱਚ ਹੀ ਸੀਗੇ। ਸ਼ੁਰੂਆਤ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਕਾਨੂੰਨ ਤੇ ਬੜੇ ਚੰਗੇ ਨੇ ਤੇ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਮਰੇਡ ਵੀ ਦੱਸਿਆ, ਪਰ ਜਦੋਂ ਨੈਕਸਲਾਈਟ ਵੀ ਦੱਸਿਆ, ਪਰ ਜਦੋਂ ਗੱਲ ਜਿਹੜੀ ਆ ਉਹ ਪਾਣੀ ਗਲ ਆ ਗਿਆ ਤੇ ਫਿਰ ਉਹ 9 ਮਾਸ ਦਾ ਰਿਸ਼ਤਾ ਜਿਹੜਾ ਉਹ ਟੁੱਟਿਆ। ਦ ਡੇ ਉਸ ਦਿਨ ਤੋਂ ਹੀ ਇਸ ਗੱਲ ਦੀ ਚਰਚਾ ਹੁੰਦੀ ਰਹੀ ਕਿ ਇਹ ਰਿਸ਼ਤਾ ਜਿਹੜਾ ਆ ਉਹ ਟੁੱਟਿਆ ਨਹੀਂ ਹੈਗਾ, ਇਹ ਤਾਂ ਸਿਰਫ ਔਰ ਸਿਰਫ ਗੱਲੀ ਬਾਤੀ ਟੁੱਟਿਆ, ਅੰਦਰੋਂ ਸਾਰੇ ਇੱਕ ਹੀ ਨੇ। ਉਹਦੀ ਵਜ੍ਹਾ ਵੀ ਸੀ ਸਮੇਂ ਦੇ ਉੱਤੇ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ, ਦਿੱਲੀ ਅਕਾਲੀ ਦਲ ਦੇ ਬੰਦੇ ਦਾ ਬੀਜੇਪੀ ਦੇ ਵਿੱਚ ਚਲੇ ਜਾਣਾ ਤੇ ਬਹੁਤ ਸਾਰੀਆਂ ਹੋਰ ਮੌਕੇ ਬੇਮੌਕੇ ਜਿਹੀਆਂ ਘਟਨਾਵਾਂ, ਜਿੱਥੋਂ ਇਹ ਸਾਬਤ ਹੁੰਦਾ ਰਿਹਾ ਕਿ ਇਹ ਇੱਕ ਹੀ ਨੇ। ਇਲੈਕਸ਼ਨ ਦੇ ਵਿੱਚ, ਪੰਜਾਬ ਇਲੈਕਸ਼ਨ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੀ ਦਸ਼ਾ ਜਿਹੜੀ ਆ ਉਹ ਇੱਕੋ ਜਿਹੀ ਹੀ ਰਹੀ। ਬੀਜੇਪੀ ਕੋਲ 2 ਸੀਟਾਂ ਸੀ ਤੇ ਅਕਾਲੀ ਦਲ ਕੋਲ 3, ਬੀਐਸਪੀ ਕੋਲ 1। ਬੀਐਸਪੀ ਤੇ ਅਕਾਲੀ ਦਲ ਦਾ ਸਮਝੌਤਾ ਸੀ ਤੇ ਉਹ 4 ਬਣ ਗਈਆਂ। ਬਾਅਦ ਵਿੱਚ ਕੁਝ ਕੁ ਦਿਨ ਪਹਿਲਾਂ ਅਕਾਲੀ ਦਲ ਦੇ ਵੱਡੇ ਲੀਡਰ ਸਿਕੰਦਰ ਸਿੰਘ ਮਲੂਕਾ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਹਿ ਰਹੇ ਨੇ ਕਿ ਸਾਡੀ ਹਾਰ ਜਿਹੜੀ ਉਹ ਇਸ ਕਰਕੇ ਹੋਈ ਕਿ ਅਸੀਂ ਵੱਖਰੇ ਵੱਖਰੇ ਲੜੇ, ਜੇਕਰ ਅਸੀਂ ਇਕੱਠੇ ਲੜੇ ਹੁੰਦੇ ਤੇ ਸਾਡੇ ਹਾਲਾਤ ਜਿਹੜੇ ਉਹ ਚੰਗੇ ਹੁੰਦੇ ਤੇ ਸਾਡੇ ਕੋਲ ਚੋਖੀਆਂ ਸੀਟਾਂ ਹੁੰਦੀਆਂ। ਹਾਲਾਂਕਿ ਉਹਨਾਂ ਨੇ ਇਕੱਠੇ ਲੜ ਕੇ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨ, ਨਗਰ ਨਿਗਮ ਜਿਹੜੇ ਕਿ ਜਿੱਦਾਂ ਅਸੀਂ ਜਾਣਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਣ ਵਾਲੀਆਂ ਨੇ, ਉਹ ਰਲ ਕੇ ਲੜਾਂਗੇ। ਤੇ ਚਰਚਾ ਜਿਹੜੀ ਆ ਫਿਰ ਇੱਕ ਵਾਰ ਛਿੜੀ ਕਿ ਅਕਾਲੀ ਦਲ ਤੇ ਬੀਜੇਪੀ ਜਿਹੜੇ ਆ ਉਹ ਇਕੱਠੇ ਹੋਣ ਜਾ ਰਹੇ ਨੇ। ਪਰ ਅੱਜ ਬੀਜੇਪੀ ਦੇ ਸਟੇਟ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ ਜਿਹੜੇ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹ ਇਸ ਗੱਲ ਨੂੰ ਮੁੱਢ ਤੋਂ ਨਕਾਰਦੇ ਨੇ ਕਿ ਅਕਾਲੀ ਦਲ ਦੇ ਨਾਲ ਸਾਡਾ ਜਿਹੜਾ ਆ ਉਹ ਕੋਈ ਸਮਝੌਤਾ ਨਹੀਂ ਹੋਵੇਗਾ। ਤੇ ਸ਼ਬਦ ਉਹਨਾਂ ਨੇ ਉਹੀ ਵਰਤੇ ਜਿਹੜੇ ਤੁਸੀਂ ਹੁਣ ਦੱਸੇ ਕਿ ਅਸੀਂ ਇਹਨਾਂ ਦੇ ਇਲਜ਼ਾਮਾਂ ਦਾ ਭਾਰ ਜਿਹੜਾ ਆ ਉਹ ਨਹੀਂ ਢੋ ਸਕਦੇ। ਹੁਣ ਗੱਲ ਇਹ ਹੈ ਜੀ ਇੱਕ ਕਿ ਇਲਜ਼ਾਮ ਉਹਨਾਂ ਦੇ ਉੱਪਰ ਜ਼ਿਆਦਾ ਲੱਗਦੇ ਨੇ ਕਿ ਇਹਨਾਂ ਦੇ ਉੱਪਰ ਜ਼ਿਆਦਾ ਲੱਗਦੇ ਨੇ, ਇਹ ਵੀ ਗੱਲ ਦੇਖਣ ਵਾਲੀ ਹੈ। ਕਿਸਾਨ ਅੰਦੋਲਨ ਨੂੰ ਜੇ ਦੇਖੀਏ ਤੇ ਬੀਜੇਪੀ ਦੇ ਉੱਪਰ ਪੰਜਾਬੀਆਂ ਵੱਲੋਂ ਬਹੁਤ ਵੱਡੇ ਇਲਜ਼ਾਮ ਲੱਗਦੇ ਸੀ ਕਿ ਇਹ ਤੇ ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਨਹੀਂ ਆ, ਇਹ ਕਿਸਾਨੀ ਦਾ ਭਲਾ ਕਰਨ ਵਾਲੀ ਪਾਰਟੀ ਨਹੀਂ ਹੈ। ਤੇ ਅਕਾਲੀ ਦਲ ਦੇ ਉੱਪਰ ਜਿਹੜੀਆਂ ਪਿਛਲੀਆਂ 2 ਟਰਮਾਂ ਨੇ 7 ਤੋਂ 17, ਉਸ ਦੇ ਦੌਰਾਨ ਜਿੰਨੇ ਇਲਜ਼ਾਮ ਲੱਗਦੇ ਨੇ ਉਹਨਾਂ ਦੀ ਲਿਸਟ ਵੀ ਜਿਹੜੀ ਆ ਉਹ ਚੋਖੀ ਲੰਬੀ ਆ। ਹੁਣ ਗੱਲ ਇੱਕ ਹੋਰ ਦੇਖਣ ਵਾਲੀ ਆ ਕਿ ਚਾਹੇ ਇਹ ਇਲੈਕਸ਼ਨਸ ਜਿਹੜੀਆਂ ਬੀਤ ਗਈਆਂ ਉਹਨਾਂ ਦੇ ਰਿਜ਼ਲਟ ਹੋਣ ਤੇ ਚਾਹੇ ਆਉਣ ਵਾਲੀਆਂ ਇਲੈਕਸ਼ਨਸ ਦੇ ਰਿਜ਼ਲਟ ਹੋਣ, ਕੀ ਇਹਨਾਂ ਦੋਨਾਂ ਪਾਰਟੀਆਂ ਦੇ ਕੋਲ ਕੀ ਪੰਜਾਬ ਲਈ ਕੋਈ ਏਜੰਡਾ ਹੈ? ਏਜੰਡੇ ਤੋਂ ਬਾਅਦ ਵੀ ਜੇ ਛੱਡ ਦਈਏ, ਕਿਉਂਕਿ ਏਜੰਡਾ ਸਿਰਫ ਆਮ ਲੋਕਾਂ ਦੇ ਮਤਲਬ ਦੀ ਚੀਜ਼ ਹੈ, ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਾਜਨੀਤੀ ਦੇ ਵਿੱਚ ਜਾਂ ਸੱਤਾ ਦੇ ਵਿੱਚ ਜਾਂ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਏਜੰਡੇ ਤੋਂ ਵੀ ਪਰੇ ਰੱਖ ਕੇ ਵੇਖੀਆਂ ਜਾਂਦੀਆਂ ਨੇ ਕਿ ਕੀ ਅਸੀਂ ਇਸ ਗੱਠਜੋੜ ਦੇ ਨਾਲ ਇਹ ਵੋਟਾਂ ਵੀ ਇਹਨਾਂ ਦੇ ਖਾਤਿਆਂ 'ਚ ਆਉਂਦੀਆਂ ਦੇਖ ਸਕਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਜੇ ਅੱਜ ਦੀ ਸਥਿਤੀ ਦਾ ਮੁਲਾਂਕਣ ਕਰੀਏ ਤੇ ਲੱਗਦਾ ਨਹੀਂ ਕਿ ਜੇਕਰ ਇਹ ਦੋਨੋਂ ਪਾਰਟੀਆਂ ਰਲ ਕੇ ਵੀ ਚੋਣਾਂ ਲੜਦੀਆਂ ਨੇ ਆਉਣ ਵਾਲੀਆਂ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਨੇ ਉਹਨਾਂ ਦੀਆਂ, ਜਾਂ ਫਿਰ ਜਿਹੜੀ ਇੱਕ ਮਹੱਤਵਪੂਰਨ ਚੋਣ ਸਾਡੇ ਸਾਹਮਣੇ ਆਉਣ ਵਾਲੀ ਆ ਭਗਵੰਤ ਮਾਨ ਦੇ ਸੀਟ ਖਾਲੀ ਕਰਨ ਵਾਲੀ ਸੰਗਰੂਰ ਤੋਂ ਲੋਕ ਸਭਾ ਵਾਲੀ, ਕੀ ਉਹਦੇ ਲਈ ਵੀ ਇਹਨਾਂ ਦਾ ਕੋਈ ਗੱਠਜੋੜ ਹੋ ਸਕਦਾ ਹੈ? ਤੋ ਸਿਕੰਦਰ ਸਿੰਘ ਮਲੂਕਾ ਜੀ ਦਾ ਕਹਿਣਾ ਕਿ ਗੱਠਜੋੜ ਹੋ ਰਿਹਾ ਤੇ ਅਸ਼ਵਨੀ ਸ਼ਰਮਾ ਦਾ ਇਹ ਕਹਿਣਾ ਕਿ ਇਹ ਗੱਠਜੋੜ ਜਿਹੜਾ ਕਤਈ ਸੰਭਵ ਨਹੀਂ ਆ, ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਇੰਜ ਲੱਗਦਾ ਹੈ ਕਿ ਅਕਾਲੀ ਦਲ ਤੇ ਕਾਲਾ ਹੈ ਤੇ ਬੀਜੇਪੀ ਵਾਲੇ ਇਸ ਚੀਜ਼ ਨੂੰ ਨਕਾਰ ਰਹੇ ਨੇ। ਪਰ ਜੇ ਇਹਦਾ ਇੱਕ ਹੋਰ ਪੱਖ ਦੇਖੀਏ ਤੇ ਜੇਕਰ ਇਹ ਸਮਝੌਤਾ ਹੋਣਾ ਹੋਇਆ ਤੇ ਨਾ ਤੇ ਅਸ਼ਵਨੀ ਸ਼ਰਮਾ ਨੂੰ ਕਿਸੇ ਨੇ ਪੁੱਛਣਾ ਹੈ ਤੇ ਨਾ ਹੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ, ਕਿਉਂਕਿ ਫਿਰ ਸਮਝੌਤਾ ਤੇ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ ਤੇ ਨਾ ਤੇ ਅਸ਼ਵਨੀ ਸ਼ਰਮਾ ਹਾਈ ਕਮਾਂਡ ਦਾ ਹਿੱਸਾ ਨੇ ਤੇ ਨਾ ਹੀ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੇ ਉਹ ਬਿਆਨ ਦਿੱਤਾ ਸੀ। ਗੱਲ ਇਹਦੇ ਵਿੱਚ ਇਹ ਵੀ ਆ ਸਵਲੀਨ ਜੀ ਕਿ ਕੀ ਅਕਾਲੀ ਦਲ ਆਪਣੀ ਜਿਹੜੀ ਇੱਕ ਗਵਾਚੀ ਹੋਈ ਸਾਖ ਆ, ਜਿਹੜੀ ਉਹ ਸਾਖ ਗਵਾ ਚੁੱਕੇ ਨੇ, ਇੱਕ ਪੰਜਾਬੀ ਪਾਰਟੀ ਹੋਣ ਦੀ, ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਦੀ, ਜਾਂ ਇੱਕ ਖੇਤਰੀ ਪਾਰਟੀ ਜਿਹੜੀ ਖੇਤਰ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਤੇ ਖੇਤਰ ਦੀਆਂ ਸਮੱਸਿਆਵਾਂ ਦੇ ਲਈ ਬੋਲਦੀ ਆ, ਉਹ ਜਿਹੜੀ ਗਵਾ ਚੁੱਕੀ ਸਾਖ ਆ ਉਹਨੂੰ ਆਪਣੇ ਦਮ ਤੇ ਬਹਾਲ ਕਰਨ ਦੀ ਜਿਹੜੀ ਹੌਸਲਾ ਤੇ ਉਹ ਸ਼ਕਤੀ ਗਵਾ ਚੁੱਕਿਆ ਤੇ ਉਹ ਫਿਰ ਇੱਕ ਭਾਈਵਾਲ ਦੀ ਨਜ਼ਰ 'ਚ ਰਹਿੰਦੇ ਨੇ। ਜਿੱਦਾਂ ਉਹਨਾਂ ਨੇ ਬੀਜੇਪੀ ਨਾਲ ਤੋੜ ਵਿਛੋੜਾ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਬੀਐਸਪੀ ਦੇ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ।
ਜੇਕਰ ਅਸੀਂ ਇਸ ਸਮੇਂ ਦੀ ਸਰਕਾਰ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ, ਉਹ ਇਸ ਸਵਾਲ ਦਾ ਹਿੱਸਾ ਨਹੀਂ। ਪਰ ਬੀਤੇ ਦਿਨਾਂ ਦੀ ਇੱਕ ਘਟਨਾ ਦਾ ਜੇ ਮੈਂ ਜ਼ਿਕਰ ਕਰਾਂ, ਕੁਲਦੀਪ ਸਿੰਘ ਧਾਲੀਵਾਲ ਜਿਹੜੇ ਪੰਚਾਇਤ ਮੰਤਰੀ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੁਹਿੰਮ ਚਲਾਈ ਹੈ, ਵੱਖ-ਵੱਖ ਸ਼ਹਿਰਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਸ ਤਰੀਕੇ ਦੇ ਨਾਲ ਏਕੜਾਂ ਦੇ ਵਿੱਚ ਜ਼ਮੀਨ, ਕਿਤੇ 20 ਏਕੜ, ਕਿਤੇ 40 ਏਕੜ, ਕਿਤੇ 50 ਏਕੜ, ਕਿਤੇ 10 ਏਕੜ, ਪਿਛਲੇ 2 ਦਿਨਾਂ ਦੇ ਵਿੱਚ ਕਹਿੰਦੇ ਕਿ 100 ਏਕੜ ਤੋਂ ਵੱਧ ਜ਼ਮੀਨ ਖਾਲੀ ਕਰਾ ਲਈ। ਤੇ ਕੀ ਇਹ ਜਿਹੜੀਆਂ ਸਾਡੇ ਸਮੇਂ ਦੀਆਂ ਬੀਤੇ ਦੀਆਂ ਸਰਕਾਰਾਂ ਸੀ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਸੀ, ਜਾਂ ਉਹ ਫਿਰ ਇਹ ਸਾਰਾ ਕੁਝ ਕਰਨਾ ਨਹੀਂ ਚਾਹੁੰਦੇ ਸੀ? ਸੋ ਹੁਣ ਗੱਲ ਇੱਕ ਹੋਰ ਇਹ ਆ ਕਿ ਅਕਾਲੀ ਦਲ ਤੇ ਪਤਾ ਨਹੀਂ ਕੀ ਸੋਚਦਾ, ਪਰ ਬੀਜੇਪੀ ਜਦੋਂ ਕਿਸੇ ਸਟੇਟ ਦੇ ਵਿੱਚ ਆਉਂਦੀ ਆ, ਕਾਬਜ ਹੋਣਾ ਚਾਹੁੰਦੀ ਆ, ਤੇ ਉਹ ਬਹੁਤ ਗ੍ਰਾਸ ਰੂਟ ਦੇ ਉੱਤੇ ਕੰਮ ਕਰਦੇ ਨੇ। ਇਹਨੂੰ ਆਪਾਂ ਅਸਾਮ ਦੀ ਉਦਾਹਰਣ ਦੇ ਨਾਲ ਸਮਝ ਸਕਦੇ ਹਾਂ। ਇੱਕ ਸਮਾਂ ਸੀ ਕਿ ਅਸਾਮ ਦੇ ਵਿੱਚ ਗਿਣਤੀ ਦੀਆਂ ਵੋਟਾਂ ਹੁੰਦੀਆਂ ਸੀ, ਪਰ ਉੱਥੇ ਉਹਨਾਂ ਨੇ ਗ੍ਰਾਸ ਰੂਟ ਦੇ ਉੱਤੇ, ਗਰਾਊਂਡ ਲੈਵਲ ਦੇ ਉੱਤੇ ਜਾ ਕੇ, ਧਰਾਤਲ 'ਤੇ ਜਾ ਕੇ ਇੰਨਾ ਕੁ ਕੰਮ ਕੀਤਾ, ਵੱਡੇ ਵੱਡੇ ਲੀਡਰ ਵੀ ਤੋੜੇ, ਚਾਹੇ ਉਹ ਕਾਂਗਰਸ ਦੇ ਸੀ, ਚਾਹੇ ਉਹ AGP ਦੇ ਸੀ, ਚਾਹੇ ਉਹ ਕੁਝ ਉੱਥੇ ਦੀਆਂ ਖੇਤਰੀ ਪਾਰਟੀਆਂ ਦੇ। ਪਰ ਉਹਦੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਵੀ ਜਿਹੜਾ ਜਿੱਤਿਆ। ਹੁਣ ਦੇਖਣਾ ਇਹ ਬਣੇਗਾ ਕਿ ਜੀ ਉਹ ਪੰਜਾਬ ਦੇ ਵਿੱਚ, ਜਿੱਦਾਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਇੱਥੇ ਇਕੱਠੇ ਹੋ ਕੇ ਲੜਦੇ ਨੇ ਜਾਂ ਨਹੀਂ ਲੜਦੇ, ਤੇ ਜਾਂ ਅਕਾਲੀ ਦਲ ਜਿਹੜਾ ਕਿ ਪੱਬਾਂ ਭਾਰ ਨਜ਼ਰ ਆਉਂਦਾ ਹੈ, ਕੀ ਇਹ ਗੱਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਮੇਂ ਦੇ ਵਿੱਚ ਨੇ। ਪਰ ਹਾਲ ਦੀ ਘੜੀ ਇੱਦਾਂ ਲੱਗਦਾ ਹੈ ਕਿ ਦੋਨੋਂ ਹੀ ਜਿਹੜੇ ਨੇ ਉਹ ਇੱਕ ਦੂਜੇ ਦੇ ਵਿਰੋਧੀ ਬਿਆਨ ਵੀ ਦੇ ਰਹੇ ਨੇ, ਤੇ ਅੰਦਰਲੀ ਪਾਸਿਓਂ ਜਿਹੜੀਆਂ ਗੱਲਾਂ ਆ ਉਹ ਹੋਰ ਤਰੀਕੇ ਦੀਆਂ ਵੀ ਸਾਹਮਣੇ ਆ ਰਹੀਆਂ। ਸ਼ਰਮਾ ਜੀ, ਪਿੰਡ 'ਚ ਕੋਈ ਮਾਤੜ ਜਿਹਾ ਬੰਦਾ ਹੋਵੇ ਤੇ ਜਣਾ ਖਣਾ ਫਿਰ ਉਹਨੂੰ ਅੱਖਾਂ ਜੀਆਂ ਕੱਢਦਾ ਆ, ਤੇ ਜਿਹੜੇ 117 ਦੇ ਵਿੱਚੋਂ 3 ਤੇ ਸਿਮਟ ਕੇ ਇਕੱਠੇ ਹੋ ਕੇ ਬੈਠੇ ਨੇ, ਫਿਰ ਅਸ਼ਵਨੀ ਸ਼ਰਮਾ ਦਾ ਹੁਬ ਗੱਲਾਂ ਕਰਨਾ ਤੇ ਬਣਦਾ। ਖੈਰ, ਗੱਲ ਹੁਣ ਕੇਜਰੀਵਾਲ ਦੀ ਕਰਦੇ ਹਾਂ। ਉਹ ਕਹਿੰਦੇ ਨੇ ਕਿ ਮੈਂ ਪਾਰਟੀਆਂ ਦੇ ਨਾਲ ਸਮਝੌਤਾ ਨਹੀਂ ਕਰਨਾ, ਮੈਂ ਲੋਕਾਂ ਨਾਲ ਕਰਨਾ ਹੈ। ਕੀ ਗੱਲ ਪਾਰਟੀਆਂ ਨਾਲ ਬਣਦੀ ਨਹੀਂ ਜਾਂ ਉਹ ਬਣਾਉਣਾ ਨਹੀਂ ਚਾਹੁੰਦੇ? ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਜਦੋਂ ਨੰਬਰ ਹੀ 3 ਹੋਣ ਤੇ ਫਿਰ ਉਹਨਾਂ ਨੂੰ ਦਬਕੇ ਤਾਂ ਮਾਰਨਗੇ, ਪਰ ਦਬਕਾ ਮਾਰਨੀਆਂ ਜਾਂ ਅੱਖਾਂ ਦਿਖਾ ਲੈਣ ਲਈ ਫਿਰ ਕਾਂਗਰਸ ਵਾਲੇ ਤੇ ਇਹ ਗੱਲ ਕਰਨ, ਤੇ BJP ਵਾਲਿਆਂ ਕੋਲ ਤੇ ਆਪ 2 ਸੀਟਾਂ ਨੇ, ਉਹ ਇਹ ਸਾਰਾ ਕੁਝ ਕਰਦੇ ਚੰਗੇ ਨਹੀਂ ਲੱਗਦੇ। ਤੁਹਾਡੇ ਅਗਲੇ ਸਵਾਲ ਦੀ ਜੇ ਮੈਂ ਗੱਲ ਕਰਾਂ, ਅਰਵਿੰਦ ਕੇਜਰੀਵਾਲ, ਮੌਕਾ ਸੀ ਲੋਕਮਤ ਅਖਬਾਰ ਦੀ ਗੋਲਡਨ ਜੁਬਲੀ ਨਾਗਪੁਰ ਐਡੀਸ਼ਨ ਦਾ। ਪਹਿਲਾਂ ਤਾਂ ਜਦੋਂ ਮੈਂ ਇਹ ਖਬਰ ਪੜ੍ਹੀ ਕਿ ਕੇਜਰੀਵਾਲ ਤੇ ਭਗਵੰਤ ਮਾਨ ਨਾਗਪੁਰ ਜਾ ਰਹੇ ਨੇ, ਤੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਸੋਚਿਆ ਕਿਤੇ RSS ਦੇ ਫੰਕਸ਼ਨ 'ਚ ਨਾ ਚਲੇ ਜਾਣ, ਕੋਈ ਹੋਰ ਹੀ ਨਵੀਂ ਕਹਾਣੀ ਨਾ ਛੇੜ ਲੈਣ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਨਹੀਂ, ਉਹ ਇੱਕ ਅਖਬਾਰ ਸਮੂਹ ਹੈ, ਲੋਕਮਤ ਭਾਰਤ ਦਾ ਬਹੁਤ ਵੱਡਾ ਅਦਾਰਾ ਹੈ। ਉਹਨਾਂ ਦੀ ਗੋਲਡਨ ਜੁਬਲੀ ਸੀ, ਤੇ ਉੱਥੇ ਇਹਨਾਂ ਨੇ ਆਪਣਾ ਇੱਕ ਭਾਸ਼ਣ ਦੇਣਾ ਸੀ ਕੇਜਰੀਵਾਲ ਨੇ। ਉੱਥੇ ਉਹਨਾਂ ਨੇ ਇਹ ਗੱਲ ਜਿਹੜੀ ਕੀਤੀ, ਸਵਲੀਨ ਜੀ, ਜਿਹੜਾ ਤੁਹਾਡਾ ਸਵਾਲ ਆ, ਕਿ ਉਹ ਕਹਿੰਦੇ ਕਿ ਮੈਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਚਾਹੁੰਦਾ, ਤੇ ਅਸੀਂ ਭਾਰਤ ਦੇ 130 ਕਰੋੜ ਲੋਕਾਂ ਦੇ ਨਾਲ ਹੀ ਗੱਠਜੋੜ ਕਰਨਾ ਚਾਹੁੰਦੇ ਹਾਂ, ਤੇ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣਾ ਚਾਹੁੰਦੇ ਹਾਂ, ਤੇ ਇਹਦੇ ਲਈ ਮੈਂ ਜਿੰਨਾ ਯੋਗਦਾਨ ਪਾ ਸਕਾਂ ਉਹ ਪਾਵਾਂਗਾ। ਜੇਕਰ ਅਰਵਿੰਦ ਕੇਜਰੀਵਾਲ ਨੂੰ ਦੇਖੀਏ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਹ ਵੀ ਬਾਕੀ ਪਾਰਟੀਆਂ ਦੀ ਵਾਂਗ, ਜਿੱਦਾਂ BJP ਨੂੰ ਜਦੋਂ ਅਸੀਂ ਨਾਮ ਲੈਂਦੇ ਹਾਂ ਤੇ ਸਿਰਫ ਔਰ ਸਿਰਫ ਮੋਦੀ ਦਾ ਨਾਮ ਸਾਹਮਣੇ ਆਉਂਦਾ ਹੈ, ਕਾਂਗਰਸ ਦਾ ਨਾਮ ਲੈਂਦੇ ਹਾਂ ਭਾਵੇਂ ਉਹ ਫੇਲ ਨੇ ਤੇ ਭਾਵੇਂ ਪਾਸ ਨੇ, ਸਾਹਮਣੇ ਨਾਮ ਜਿਹੜਾ ਆ ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਹੀ ਆਉਂਦਾ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਸ਼ਕਲ ਸਾਡੇ ਸਾਹਮਣੇ ਆਉਂਦੀ ਆ ਉਹ ਇੱਕ ਆਮ ਸਾਦਾ ਜਿਹਾ ਇਨਸਾਨ ਦੀ, ਸਿੰਪਲ ਜਿਹੀਆਂ ਐਨਕਾਂ, ਸਿੱਧੀ ਸ਼ਰਟ ਤੇ ਪੈਂਟ ਪਾਏ ਹੋਏ, ਸਲੀਪਰਸ ਦੇ ਵਿੱਚ ਨਜ਼ਰ ਆਉਣ ਵਾਲੇ ਅਰਵਿੰਦ ਕੇਜਰੀਵਾਲ ਹੀ ਜਿਹੜੀ ਸਾਹਮਣੇ ਆਉਂਦੀ ਆ। ਉਹਨਾਂ ਬਾਰੇ ਜਦੋਂ ਅਸੀਂ ਜਾਣਦੇ ਹਾਂ ਕਿ ਉਹ ਇੱਕ ਆਫਿਸਰ ਸਨ, ਬਹੁਤ ਸਾਰੇ ਉਹਨਾਂ ਨੇ ਕੰਮ ਕੀਤੇ, ਬਹੁਤ ਕੁਝ ਅੰਦੋਲਨ ਦਾ ਹਿੱਸਾ ਬਣੇ, ਫਿਰ ਪਾਰਟੀ ਬਣਾਈ, ਪਾਰਟੀ ਬਣਾ ਕੇ ਦਿੱਲੀ ਦੀਆਂ ਚੋਣਾਂ ਲੜੀਆਂ, 1 ਵਾਰ ਜਿੱਤੀਆਂ, 2 ਵਾਰ ਜਿੱਤੀਆਂ, ਤੀਜੀ ਵਾਰ ਵੀ ਜਿੱਤੀਆਂ। ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨਸ 2014 ਹੋਈਆਂ। ਮੋਦੀ ਦਾ ਜਿੱਤਣਾ ਜਿੱਡੀ ਵੱਡੀ ਘਟਨਾ ਸੀ, ਉਨੀ ਹੀ ਵੱਡੀ ਘਟਨਾ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ 4 ਪਾਰਲੀਮੈਂਟਰੀ ਸੀਟਾਂ ਜਿਹੜੀਆਂ ਉਹ ਜਿੱਤਣਾ ਵੀ ਸੀ। ਉਸ ਤੋਂ ਬਾਅਦ ਲਗਾਤਾਰ ਉਹ ਪਾਰਟੀ ਜਿਹੜੀ ਆ, ਆਮ ਆਦਮੀ ਪਾਰਟੀ, ਕੋਸ਼ਿਸ਼ ਕਰਦੀ ਰਹੀ ਹੈ ਕਿ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਕਿਤੇ ਨਾ ਕਿਤੇ ਲੱਗ ਜਾਣ। ਇਲੈਕਸ਼ਨਸ ਉਹਨਾਂ ਨੇ ਹੋਰ ਜਗ੍ਹਾ ਵੀ ਲੜ ਕੇ ਦੇਖੀਆਂ, ਪਰ ਕਿਤੇ ਉਹਨਾਂ ਨੂੰ ਬਹੁਤਾ ਜਿਹੜਾ ਆ ਸਮਰਥਨ ਨਜ਼ਰ ਨਹੀਂ ਆਇਆ। ਪੰਜਾਬ ਤੇ ਬੰਗਾਲ ਦੇ ਬਾਰੇ 'ਚ ਅਕਸਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੇ ਨੇ ਇਹ ਵਿਰੋਧੀ ਸੁਰ ਵਾਲੇ ਸੂਬੇ ਨੇ, ਤੇ ਇਹ ਜਿਹੜੀ ਸਥਾਪਤੀ ਆ ਉਹਦੇ ਖਿਲਾਫ ਅਕਸਰ ਭੁਗਤਦੇ ਰਹਿੰਦੇ ਨੇ। ਬੰਗਾਲ ਦੇ ਵਿੱਚ ਸਭ ਤੋਂ ਲੰਬਾ ਸਮਾਂ ਕਮਿਊਨਿਸਟ ਪਾਰਟੀ ਨੇ ਰਾਜ ਕੀਤਾ। ਉਸ ਤੋਂ ਬਾਅਦ ਉੱਥੇ ਕਾਂਗਰਸ ਵੀ ਆਈ, ਤੇ ਕਾਂਗਰਸ ਦੀਆਂ ਜੜ੍ਹਾਂ, ਕਾਂਗਰਸ ਦੀ ਆਪਣੀ ਨੇਤਰੀ ਸੀ, ਇੱਕ ਲੀਡਰ ਸੀ ਮਮਤਾ ਬੈਨਰਜੀ, ਉਹਨਾਂ ਨੇ ਪੁੱਟੀਆਂ, ਤੇ ਉੱਥੇ ਦੂਸਰੀ ਕਿ ਤੀਸਰੀ ਵਾਰ ਲਗਾਤਾਰ ਸਰਕਾਰ ਬਣਾਈ, ਜਦੋਂ ਕਿ BJP ਨੇ ਬਹੁਤ ਕੋਸ਼ਿਸ਼ ਕੀਤੀ। ਗੱਲ ਕਰੀਏ ਕੇਜਰੀਵਾਲ ਸਾਹਿਬ ਦੀ, ਤੇ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਚਾਹੁੰਦੇ। ਸਵਲੀਨ ਜੀ, ਤੁਸੀਂ ਜਾਣਦੇ ਆ ਕਿ ਜਦੋਂ 22 ਦੇ ਵਿੱਚ ਫਰਵਰੀ ਮਾਰਚ 'ਚ ਇਲੈਕਸ਼ਨ ਹੋਈਆਂ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜਿਹੜੀ ਆ
ਕੀਤੀ, ਪੰਜਾਬ ਦੇ ਵਿੱਚ ਦਰਜ ਕੀਤੀ, 92 ਸੀਟਾਂ 117 ਚੋਂ ਲਈਆਂ। ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਸਾਡੀਆਂ ਕਿਆਸ ਰਾਈਆਂ ਜਾਂ ਸਾਡੇ ਅੰਦਾਜ਼ੇ ਇਸ ਗੱਲ ਨੂੰ ਹੋ ਗਏ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਜਿਹੜਾ ਕਾਂਗਰਸ ਦਾ ਹਸ਼ਰ ਹੋਇਆ, ਭਾਰਤ ਦੀ ਰਾਜਨੀਤੀ ਦੇ ਵਿੱਚ ਬੀਜੇਪੀ ਦਾ ਜਿਸ ਸਪੀਡ ਦੇ ਨਾਲ ਉਭਾਰ ਹੋਇਆ, 14 ਦੀਆਂ ਇਲੈਕਸ਼ਨਸ ਨੂੰ ਜਿੱਤਣਾ ਵੱਡੇ ਬਹੁਮਤ ਦੇ ਨਾਲ ਤੇ 19 ਦੀਆਂ ਇਲੈਕਸ਼ਨਸ ਨੂੰ ਜਿੱਤਣਾ ਉਸ ਤੋਂ ਵੀ ਵੱਡੇ ਬਹੁਮਤ ਦੇ ਨਾਲ, ਜਦ ਕਿ ਅਸੀਂ ਸਾਰੇ ਸੋਚਦੇ ਸੀ ਕਿ ਨੋਟਬੰਦੀ ਵਰਗੀਆਂ ਘਟਨਾਵਾਂ ਤੋਂ ਬਾਅਦ 19 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੀਟਾਂ ਦੇ ਵਿੱਚ ਕੁਝ ਗਿਰਾਵਟ ਜਿਹੜੀ ਆ ਜ਼ਰੂਰ ਆਏਗੀ, ਪਰ ਉਹਨਾਂ ਦੀਆਂ ਸੀਟਾਂ ਮੁਕਾਬਲਤਨ ਵਧੀਆਂ। ਹੁਣ ਇਦਾਂ ਲੱਗਦਾ ਕਿ ਸਾਰਿਆਂ ਨੂੰ ਪੰਜਾਬ ਤੋਂ ਬਾਅਦ ਲੱਗਣ ਲੱਗ ਗਿਆ ਕਿ ਕੇਜਰੀਵਾਲ ਇਸ ਸਟੇਟ ਦੀ ਰਾਜਨੀਤੀ ਤੋਂ ਬਾਅਦ, ਪੰਜਾਬ ਤੇ ਦਿੱਲੀ ਤੋਂ ਬਾਅਦ ਹੁਣ ਭਾਰਤ ਦੇ ਸਾਰੇ ਰਾਜਨੀਤਿਕ ਪ੍ਰਕਰਣ ਦੇ ਵਿੱਚ ਆਪਣੇ ਆਪ ਨੂੰ ਵੱਡੇ ਤੌਰ ਤੇ ਦੇਖ ਰਹੇ ਨੇ। 24 ਦੇ ਵਿੱਚ ਉਹ ਇਹ ਕੀ ਕਰ ਪਾਉਂਦੇ ਨੇ, ਕੀ ਨਹੀਂ ਕਰ ਪਾਉਂਦੇ, ਪਰ ਉਹਨਾਂ ਨੇ ਜਿਹੜੀ ਇਹ ਗੱਲ ਇੱਕ ਕੀਤੀ ਆ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਉਹ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਲੀ ਭਾਸ਼ਾ ਵਰਤਣਾ ਜਾਣਦੇ ਨੇ। ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਥੋੜ੍ਹੇ ਦਿਨ ਹੀ ਹੋਏ ਨੇ ਹਾਲੇ ਭਗਵੰਤ ਮਾਨ ਨੇ ਸਹੁੰ ਚੁੱਕਣੀ ਸੀ ਤੇ ਉਹਨਾਂ ਨੇ ਇੱਕ ਨਿਵੇਕਲਾ ਕੰਮ ਕੀਤਾ, ਉਹਦੀ ਆਲੋਚਨਾ ਵੀ ਹੋਈ। ਉਹਨਾਂ ਨੇ ਕਿਹਾ ਕਿ ਸਾਰੇ ਲੋਕ ਉੱਥੇ ਆਇਓ ਤੇ ਅਸੀਂ ਸਾਰੇ ਪੰਜਾਬੀਆਂ ਨੇ ਹੀ ਸਹੁੰ ਚੁੱਕਣੀ ਹੈ। ਤੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਧਿਆਨ 'ਚ ਆਉਂਦਾ, ਯਾਰ ਕਿਤੇ ਅਸੀਂ ਵੀ ਮੁੱਖ ਮੰਤਰੀ ਦੀ ਹੀ ਸਹੁੰ ਚੁੱਕਣੀ ਆ। ਬਹੁਤ ਸਾਰੇ ਲੋਕ ਉੱਥੇ ਗਏ ਵੀ, 3-4 ਮਿੰਟ ਦਾ ਫੰਕਸ਼ਨ ਸੀ, ਸਿਰਫ ਔਰ ਸਿਰਫ ਗਵਰਨਰ ਸਟੇਜ ਤੇ ਆਏ, ਸਹੁੰ ਚੁਕਾਈ ਤੇ ਫੰਕਸ਼ਨ ਖਤਮ ਹੋ ਗਿਆ। ਇੱਕ ਭਾਸ਼ਣ ਤੱਕ ਵੀ ਉੱਥੇ ਨਹੀਂ ਦਿੱਤਾ ਗਿਆ। ਮੀਡੀਆ ਵੱਲੋਂ ਥੋੜ੍ਹੀ ਬਹੁਤ ਆਲੋਚਨਾ ਹੋਈ, ਕਿਸੇ ਵੀ ਲੋਕਾਂ ਨੇ ਨਹੀਂ ਕਿਹਾ ਕਿ ਇਹ ਫੰਕਸ਼ਨ ਜਿਹੜਾ ਉਹ ਚੰਗਾ ਨਹੀਂ ਸੀ। ਸੋ ਜੇਕਰ ਕੇਜਰੀਵਾਲ ਹੁਣ ਇੱਕ ਵੱਡੇ ਪਲੇਟਫਾਰਮ ਤੋਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਜੁੜਨਾ, ਅਸੀਂ ਤੇ ਲੋਕਾਂ ਨਾਲ ਜੁੜਨਾ, ਤਾਂ ਉਹ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਹੈ, ਇੱਕ ਨਵੇਂ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕਲਾ ਹੈ। 24 ਦੇ ਵਿੱਚ ਮੈਂ ਉਹਨਾਂ ਨੂੰ ਇਸ ਪੋਜੀਸ਼ਨ 'ਚ ਨਹੀਂ ਦੇਖਦਾ ਕਿ ਉਹ ਪੂਰੇ ਭਾਰਤ ਦੇ ਵਿੱਚ ਆਪਣੀ ਜਿਹੜੀ ਆ ਛਾਪ ਛੱਡ ਸਕਣਗੇ, ਪਰ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ 2 ਇਲੈਕਸ਼ਨਸ ਬਹੁਤ ਮਹੱਤਵਪੂਰਨ ਹੋਣਗੀਆਂ, ਹਿਮਾਚਲ ਪ੍ਰਦੇਸ਼ ਦੀਆਂ ਤੇ ਗੁਜਰਾਤ ਦੀਆਂ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਉੱਥੇ ਦੋਨੋਂ ਜਗ੍ਹਾ ਦੇ ਵਿੱਚੋਂ ਕੀ ਰਿਜ਼ਲਟ ਉਹਨਾਂ ਦੇ ਆਉਂਦੇ ਨੇ ਤੇ ਕਿਹੋ ਜਿਹੀ ਉਹ ਕਾਰਜਕਾਰੀ ਕਰਦੇ ਨੇ, ਪਰ ਇਹ ਗੱਲ ਪੱਕੀ ਹੈ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਖਲਾਅ ਹੈ ਤੇ ਕੇਜਰੀਵਾਲ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਸ ਖਲਾਅ ਦਾ ਪੂਰਕ ਬਣਨ ਦੀ ਕੋਸ਼ਿਸ਼ ਦੇ ਵਿੱਚ ਹਨ। ਕਿੰਨੇ ਸਫਲ ਹੁੰਦੇ ਨੇ, ਕਿੰਨੇ ਸਫਲ ਨਹੀਂ ਹੁੰਦੇ, ਇਹ ਸਾਰਾ ਕੁਝ ਸਮੇਂ ਦੇ ਲੁਕਿਆ ਹੋਇਆ ਜੀ। ਰੁਕ ਕਰਦੇ ਹਾਂ ਅਗਲੇ ਮੁੱਦੇ ਵੱਲ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਤੇ ਅਮਰਗੜ੍ਹ ਤੋਂ ਆਪ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੀ ਵੀ ਗੱਲ ਕਰ ਲਈਏ। ਉਹਨਾਂ ਦੇ ਖਿਲਾਫ 40 ਕਰੋੜ 92 ਲੱਖ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। CBI ਕਰੂਗੀ ਜਾਂਚ ਜਾਂ ਫਿਰ ਹੋ ਜੂ ਰਫਾ ਦਫਾ ਮਾਮਲਾ, ਕਿਉਂਕਿ ਗੱਜਣ ਮਾਜਰਾ ਨੇ ਵੀ ਆਪਣਾ ਪੱਖ ਪੇਸ਼ ਕੀਤਾ, ਕਹਿੰਦੇ ਲੈਣਾ ਦੇਣਾ ਕੋਈ ਨਹੀਂ ਇਸ ਕੇਸ ਨਾਲ ਮੇਰਾ। ਸਵਲੀਨ ਜੀ, ਅਸੀਂ ਜਾਣਦੇ ਹਾਂ ਕਿ ਇੱਥੇ ਜਿਹੜੀਆਂ ਘਟਨਾਵਾਂ ਨੇ ਉਹ ਰਾਜਨੀਤੀ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਉਸੇ ਤਰੀਕੇ ਦੇ ਨਾਲ ਹੀ ਇਹ ਸਾਡੇ ਸਾਹਮਣੇ ਪੇਸ਼ ਹੁੰਦੀਆਂ ਜੀ। ਇੱਕ ਦਿਨ ਪਹਿਲਾਂ ਤੇਜਿੰਦਰਪਾਲ ਸਿੰਘ ਬੱਗਾ, ਉਹਨਾਂ ਦਾ ਮਸਲਾ ਜਿਹੜਾ ਚਰਚਾ 'ਚ ਚੱਲਦਾ ਰਿਹਾ, ਉਹ ਹਾਲੇ ਵੀ ਚਰਚਾ 'ਚ ਹੈ। ਉਹਦੇ ਲਈ 3 ਜ਼ਿਲ੍ਹਿਆਂ ਦੀ 3 ਸਟੇਟਾਂ ਦੀ ਪੁਲਿਸ ਜਿਹੜੀ ਆ ਉਹ ਲੱਗੀ ਰਹੀ, ਹਾਈ ਕੋਰਟ ਨੂੰ ਵੀ ਸੁਣਵਾਈ ਕਰਨੀ ਪਈ ਤੇ ਕਈ ਕੁਛ ਉਹਦੇ 'ਚ ਹੋਇਆ, ਉਹ ਸਾਰੀਆਂ ਗੱਲਾਂ ਅਸੀਂ ਜਾਣਦੇ ਹਾਂ। ਅਗਲੇ ਹੀ ਦਿਨ ਖਬਰ ਆ ਗਈ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੇ ਉੱਤੇ CBI ਦੀ ਰੇਡ ਹੋਈ ਆ ਤੇ ਉਹਨਾਂ ਦੇ 40 ਕਰੋੜ ਦੇ ਘਪਲੇ ਦੀ ਕਹਿ ਲਓ ਜਾਂ ਲੋਨ ਜਿਹੜੇ ਆ ਉਹਦੇ ਡਿਫਾਲਟ ਨੇ, ਉਹਦੇ ਬਾਰੇ ਗੱਲ ਹੋਈ। ਐਫੀਡੇਵਿਟ ਦਿਖਾਏ ਗਏ ਕਿ ਗੱਜਣ ਮਾਜਰਾ ਜੀ ਨੇ ਤਾਂ ਕਿਹਾ ਸੀਗਾ ਕਿ ਮੈਂ 1 ਰੁਪਈਆ ਹੀ ਤਨਖਾਹ ਲੈਣੀ ਆ। ਇਸ ਕੇਸ ਦੀ ਜੇ ਅਸੀਂ ਗੱਲ ਕਰੀਏ ਤੇ ਪਹਿਲਾਂ ਗੱਲ ਇਸ ਗੱਲ ਦੀ ਕਰਨੀ ਬਣਦੀ ਆ ਸਵਲੀਨ ਜੀ ਕਿ CBI ਕਿਸੇ ਵੀ ਜਗ੍ਹਾ ਦੇ ਉੱਤੇ ਭਾਰਤ ਵਿੱਚ ਛਾਪਾ ਮਾਰ ਸਕਦੀ ਹੈ, ਜਾਣਕਾਰੀ ਜੇ ਉਹਨਾਂ ਨੂੰ ਮਿਲੇ ਤੇ ਫਿਰ ਉਹ ਜਿਹੜੀ ਆ ਉਹ ਕਾਰਵਾਈ ਕਰਦੇ ਨੇ। ਜੇ CBI ਵਾਲੇ ਪਾਸੇ ਨੂੰ ਮੈਂ ਜਾਵਾਂ ਤੇ 1 ਅਪ੍ਰੈਲ 1963 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਬਣਾ ਦਿੱਤਾ ਗਿਆ। ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ ਇੱਕ ਏਜੰਸੀ ਬਣੀ ਜਿਹੜੀ ਸਾਰੇ ਭਾਰਤ ਦੇ ਵਿੱਚ ਕਰਪਸ਼ਨ ਨੂੰ ਡੀਲ ਕਰਨ ਵਾਲੀਆਂ ਜਿਹੜੀਆਂ ਆ ਕੇਸਿਸ ਸੀ, ਜਿਹੜੇ ਮਸਲੇ ਸੀ, ਉਹਨਾਂ ਦੇ ਉੱਤੇ ਉਹ ਕੰਮ ਕਰਦੀ ਸੀ। 1987 ਦੇ ਵਿੱਚ ਇਹਦੇ ਵੱਖ-ਵੱਖ ਵਿੰਗ ਬਣਾ ਦਿੱਤੇ ਗਏ, ਜਿਹਦੇ 'ਚ ਐਂਟੀ ਕਰਪਸ਼ਨ ਇੱਕ ਵਿੰਗ ਸੀ, ਸਪੈਸ਼ਲ ਕ੍ਰਾਈਮ ਜਿਹੜੇ ਆ ਕੋਈ ਕਤਲ ਨਾਲ ਮੁਕੱਦਮੇ ਸੀ ਉਹ ਇੱਕ ਵੱਖਰਾ ਕ੍ਰਾਈਮ ਸੀ, ਇਕਨੋਮੀ ਅਫੈਂਸ ਆਰਥਿਕ ਅਪਰਾਧ ਜਿੱਥੇ ਕਿਤੇ ਪੈਸੇ ਦਾ ਵੱਡਾ ਲੈਣ ਦੇਣ ਹੋਵੇ ਉੱਥੇ ਇੱਕ ਵੱਖਰਾ ਵਿੰਗ ਬਣਾ ਦਿੱਤਾ ਗਿਆ, ਅੰਤਰਰਾਸ਼ਟਰੀ ਪੁਲਿਸ
ਨਾਲ ਸੰਬੰਧਿਤ ਜਿਹੜੇ ਮਾਮਲੇ ਆ ਉਹਨਾਂ ਨੂੰ ਦੇਖਣ ਲਈ ਵੀ ਇੱਕ ਵਿੰਗ CBI ਦੇ ਵਿੱਚ ਵੱਖਰਾ ਬਣਾ ਦਿੱਤਾ ਗਿਆ ਤੇ ਇਹਦੇ ਨਾਲ ਦੀ ਨਾਲ ਜਿਹੜੀ ਫੋਰੈਂਸਿਕ ਸਾਇੰਸ ਲੈਬੋਰੇਟਰੀ ਆ ਉਹਦੇ ਲਈ ਵੀ ਜਿਹੜੀ CBI ਆ ਉਹਦਾ ਇੱਕ ਵਿੰਗ ਬਣਾ ਦਿੱਤਾ ਗਿਆ। ਜੇਕਰ ਅਸੀਂ ਫਰਵਰੀ 22 ਤੱਕ ਦੇ ਅੰਕੜਿਆਂ ਦੀ ਗੱਲ ਕਰੀਏ ਤੇ CBI ਦੇ ਵਿੱਚ 7274 ਪੋਸਟਾਂ ਜਿਹੜੀਆਂ ਨੇ ਉਹ ਹਨ ਤੇ ਜਦ ਕਿ ਮੌਜੂਦਾ ਸਮੇਂ ਦੇ ਵਿੱਚ ਉੱਥੇ 6300 ਦੇ ਨੇੜੇ ਤੇੜੇ ਹੀ ਅਧਿਕਾਰੀ ਕੰਮ ਕਰ ਰਹੇ ਨੇ ਤੇ 880 ਦੇ ਨੇੜੇ ਤੇੜੇ ਕੁਝ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਨਿਯੁਕਤੀ ਹਾਲੇ ਹੋਣੀ ਖਾਲੀ ਹੈ। ਬਾਕੀ ਹੈ ਤੁਸੀਂ ਇੱਦਾਂ ਕਹਿ ਸਕਦੇ ਆ ਕਿ CBI ਦੇ ਵਿੱਚ ਵੀ 15% ਦੇ ਕਰੀਬ ਜਾਂ 12 ਤੋਂ 15% ਦੇ ਕਰੀਬ ਪੋਸਟਾਂ ਜਿਹੜੀਆਂ ਉਹ ਖਾਲੀ ਨੇ। ਇਹ ਭਾਰਤ ਦੀ ਬੇਰੁਜ਼ਗਾਰੀ ਦਾ ਆਲਮ ਹੈ ਜਾਂ ਫਿਰ ਇੱਥੇ ਖਾਲੀ ਪੋਸਟਾਂ ਨੇ 7200 ਬੰਦੇ ਦੀ ਜਗ੍ਹਾ ਦੇ ਉੱਤੇ 6300 ਲੋਕ ਕੰਮ ਕਰ ਰਹੇ ਨੇ ਤੇ ਕਿੰਨੀ ਕੁ ਉਹਨਾਂ ਦੀ ਚੰਗੀ ਕਾਰਜਕਾਰੀ ਹੋਵੇਗੀ, ਕਿਵੇਂ ਉਹ ਕੰਮ ਕਰਦੇ ਹੋਣਗੇ। ਜੇ ਇਸ ਤੋਂ ਵੀ ਪਿੱਛੇ ਜਾਈਏ ਤੇ ਇਹ ਕਿਸੇ ਸਮੇਂ ਦੇ ਉੱਤੇ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੇ ਅਧੀਨ DSPE ਕਰਕੇ ਸੁਸਾਇਟੀ ਜਿਹੜੀ ਆ ਇੱਕ ਆਰਗੇਨਾਈਜੇਸ਼ਨ ਆ ਕੰਮ ਕਰਦੀ ਸੀ ਭਾਰਤ ਦੇ ਵਿੱਚ। ਪਰ ਜਦੋਂ ਫਿਰ ਆਜ਼ਾਦ ਭਾਰਤ ਹੋ ਗਿਆ ਸਰਦਾਰ ਪਟੇਲ ਨੇ ਦੇਖਿਆ ਕਿ ਬਹੁਤ ਸਾਰੀਆਂ ਰਿਆਸਤਾਂ ਨੂੰ ਅਸੀਂ ਆਪਣੇ ਨਾਲ ਜੋੜ ਲਿਆ ਹੈ, ਪਰ ਰਿਆਸਤਾਂ ਦੇ ਲੋਕ ਜਿਹੜੇ ਆ ਬਹੁਤ ਸਾਰੀਆਂ ਬੇਨਿਯਮੀਆਂ ਕਰਨਗੇ, ਦੀਵਾਨਜ਼ ਨੇ ਜਾਂ ਜਿਹੜੇ ਉਹਨਾਂ ਦੇ ਚੌਧਰੀ ਨੇ ਰੁਪਈਆਂ ਦਾ ਹੇਰ ਫੇਰ ਕਰਨਗੇ। ਤਾਂ ਉਹਨਾਂ ਨੇ ਰਾਏ ਸਾਹਿਬ ਕਰਮਚੰਦ ਜੈਨ ਜਿਹੜੇ ਕਿ ਵੱਡੇ ਸਲਾਹਕਾਰ ਸੀ, ਉਹਨਾਂ ਦੇ ਕਾਨੂੰਨੀ ਮਾਹਰ ਵੀ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਸਾਰੇ ਦੇ ਉੱਤੇ ਕੰਮ ਕਰੋ। ਉਹ ਏਜੰਸੀ ਕੰਮ ਕਰਦੀ ਫਿਰ 1963 ਦੇ ਵਿੱਚ CBI ਬਣ ਗਈ। CBI ਆਟੋਨਮਸ ਤੌਰ ਦੇ ਉੱਤੇ ਪੂਰੇ ਭਾਰਤ ਵਿੱਚ ਕੰਮ ਕਰਦੀ ਰਹੀ ਹੈ ਬਹੁਤ ਸਾਰੇ ਕੇਸਿਸ ਨੂੰ ਲੈ ਕੇ। ਅਸੀਂ ਜਾਣਦੇ ਹਾਂ ਕਿ ਹੁਣ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਹਨਾਂ ਨੇ CBI ਦੇ ਉੱਤੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਸੀ। ਇਹਨਾਂ ਨੇ ਕਿਹਾ ਸੀਗਾ ਕਿ CBI ਤਾਂ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਹੈ। ਤੋ ਹੁਣ ਇਹ ਉਸੇ CBI ਨੂੰ ਆਪਣੀ ਮਰਜ਼ੀ ਲਈ ਵਰਤਦੇ ਨੇ, ਕਦੇ ਕਿਤੇ ਰੇਡ ਪੈ ਜਾਂਦੀ ਆ ਤੇ ਕਦੇ ਕਿਤੇ ਰੇਡ ਪੈ ਜਾਂਦੀ ਆ। DP ਕੋਹਲੀ ਕਦੇ CBI ਦੇ ਪਹਿਲੇ ਜਿਹੜੇ ਆ ਚੀਫ ਸੀ, ਹੁਣ ਸੁਬੋਧ ਕਾਂਤ ਜਿਹੜੇ ਨੇ ਉਹ CBI ਦੇ ਚੀਫ ਨੇ। ਗੱਲ ਗੱਜਣ ਮਾਜਰਾ ਦੇ ਕੇਸ ਤੋਂ ਸ਼ੁਰੂ ਹੋਈ ਆ ਤੇ ਗੱਲ ਇਹ ਦੱਸੀਏ ਕਿ ਪੰਜਾਬ ਸਮੇਤ ਭਾਰਤ ਦੀਆਂ 9 ਸਟੇਟਾਂ ਅਜਿਹੀਆਂ ਨੇ ਜਿਨ੍ਹਾਂ ਨੇ CBI ਤੋਂ ਆਮ ਸਹਿਮਤੀ ਵਾਪਸ ਲਈ ਹੋਈ ਹੈ। ਹਰ ਸਟੇਟ CBI ਨੂੰ ਇੱਕ ਸਹਿਮਤੀ ਦਿੰਦਾ ਹੈ ਕਿ ਠੀਕ ਹੈ, ਜੇ ਤੁਹਾਨੂੰ ਕੋਈ ਇੱਥੋਂ ਸ਼ਿਕਾਇਤ ਮਿਲਦੀ ਹੈ ਤੇ ਤੁਸੀਂ ਇੱਥੇ ਆ ਕੇ ਛਾਪੇਮਾਰੀ ਕਰੋ ਜਾਂ ਰੇਡ ਜਿਹੜੀ ਤੁਸੀਂ ਕਰ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੇ ਕੇਸ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਤੁਸੀਂ ਕਰ ਸਕਦੇ ਆ। ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਮੇਘਾਲਿਆ, ਪੰਜਾਬ, ਪੱਛਮੀ ਬੰਗਾਲ, ਰਾਜਸਥਾਨ, ਕੇਰਲ ਸਮੇਤ 9 ਸਟੇਟਾਂ ਭਾਰਤ ਦੀਆਂ ਨੇ ਜਿਨ੍ਹਾਂ ਨੇ ਆਮ ਸਹਿਮਤੀ CBI ਤੋਂ ਵਾਪਸ ਲਈ ਹੋਈ ਹੈ। ਕਹਿਣ ਦਾ ਅਰਥ ਇਹ ਆ ਕਿ ਜੇਕਰ ਇਹਨਾਂ ਸਟੇਟਾਂ ਦੇ ਵਿੱਚ CBI ਨੇ ਕੋਈ ਜਾਂਚ ਪੜਤਾਲ ਕਰਨੀ ਹੋਵੇ ਤੇ ਸਟੇਟ ਗਵਰਨਮੈਂਟ ਉਹਨਾਂ ਨੂੰ ਸਹਿਮਤੀ ਨਹੀਂ ਦਿੰਦੀ ਤੇ ਜੇਕਰ ਸਹਿਮਤੀ ਨਹੀਂ ਹੈਗੀ ਤਾਂ ਫਿਰ ਇਹ ਜਿਹੜੇ ਕੇਸ ਆ ਉਹ ਅੱਗੇ ਨਹੀਂ ਵਧਣਗੇ। ਸੋ ਇਹ CBI ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਗੱਲ ਸਾਡੇ ਦਿਮਾਗ 'ਚ ਰਹਿਣੀ ਚਾਹੀਦੀ ਆ ਕਿ ਸੈਂਟਰ ਸਟੇਟ ਰਿਲੇਸ਼ਨਸ ਜਿਹੜੇ ਨੇ ਉਹ ਕਿਸੇ ਇੱਕ ਸਟੇਟ ਦੇ ਸੈਂਟਰ ਨਾਲ ਨਹੀਂ, ਬਹੁਤੀਆਂ ਸਟੇਟਸ ਦੇ ਸੈਂਟਰ ਨਾਲ ਵੱਖਰੇ ਮੁੱਦਿਆਂ ਦੇ ਉੱਤੇ ਜਿਹੜੇ ਨੇ ਉਹ ਬਿਖਰੇ ਹੋਏ ਨੇ ਤੇ ਸੈਂਟਰ ਬਹੁਤੀ ਵਾਰ ਇਹਨਾਂ ਰਿਲੇਸ਼ਨਸ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਜੀ। ਹੁਣ ਅਸੀਂ ਗੱਜਣ ਮਾਜਰਾ ਦੇ ਕੇਸ ਦੇ ਉੱਤੇ ਆਈਏ ਤੇ ਨਵੀਂ ਸਰਕਾਰ ਬਣੀ ਆ ਤੇ ਤੁਹਾਨੂੰ ਯਾਦ ਹੋਣਾ ਸਾਡੇ ਉਹ ਸ਼ਬਦ ਕਿ ਅਸੀਂ ਕਈ ਵਾਰ ਕਹਿ ਦਿੰਦੇ ਇਹ ਗੱਲਾਂ ਕਿ 92 ਲੋਕ ਜਿੱਤ ਗਏ ਨੇ ਤੇ 92 ਦੇ 92 ਬਹੁਤ ਚੰਗੇ ਹੋਣ ਜਾਂ 92 ਦੇ 92 ਨਵਜੋਤ ਸਿੰਘ ਸਿੱਧੂ ਹੋਣ ਜਾਂ 92 ਦੇ 92 ਭਗਵੰਤ ਮਾਨ ਹੋਣ, ਇਹ ਸੰਭਵ ਨਹੀਂ ਹੈਗਾ। ਇੱਥੋਂ ਬਹੁਤ ਸਾਰੇ ਚੰਗੇ ਜਾਂ ਬਹੁਤ ਸਾਰੇ ਖਰਾਬ ਲੋਕ ਨਿਕਲਣਗੇ, ਅਗਲੀ ਵਾਰ ਬਹੁਤ ਸਾਰੇ ਲੋਕ ਬਦਲੇ ਜਾਣਗੇ। ਇਹ ਗੱਲ ਇੱਕ ਜਨਰਲ ਕੰਟੈਕਸਟ ਦੇ ਵਿੱਚ ਅਸੀਂ ਕਰ ਰਹੇ ਹਾਂ, ਗੱਜਣ ਮਾਜਰਾ ਦੇ ਇਕੱਲਿਆਂ ਦੇ ਸੰਬੰਧ 'ਚ ਨਹੀਂ ਕਰ ਰਹੇ। ਉਹਨਾਂ ਦੇ ਮਾਮਲੇ 'ਚ ਇਹ ਆਇਆ ਕਿ ਉਹਨਾਂ ਦਾ ਪਰਿਵਾਰ ਜਿਹੜਾ ਆ ਉਹ ਬਿਜ਼ਨਸ ਦੇ ਵਿੱਚ ਹੈ, ਚਾਹੇ ਉਹ ਸਕੂਲ ਚਲਾਉਂਦੇ ਨੇ, ਚਾਹੇ ਉਹ ਫੂਡ ਨਾਲ ਜੁੜੀਆਂ ਹੋਈਆਂ ਕੁਝ ਫੈਕਟਰੀਜ਼ ਜਾਂ ਕੰਪਨੀਜ਼ ਹੈ ਜਿਨ੍ਹਾਂ ਦੇ ਵਿੱਚੋਂ ਇਹ ਵੀ ਇੱਕ ਆ। ਉਹਨਾਂ ਨੇ ਕੁਝ ਲੋਨ ਲਏ ਹੋਏ ਨੇ ਤੇ ਦੱਸਿਆ ਗਿਆ ਇਹ ਕਿ ਉਹ ਜਿਹੜੇ ਲੋਨ ਨੇ ਉਹਨੂੰ ਵਾਪਸ ਕਰਨ ਲਈ ਉਹਨਾਂ ਨੇ ਸਮੇਂ ਦਾ ਜਿਹੜਾ ਪਾਲਣਾ ਨਹੀਂ ਕੀਤੀ ਤੇ ਡਿਫਾਲਟਰ ਨੇ ਉਹ ਕਾਫੀ ਲੰਬੇ ਸਮੇਂ ਤੋਂ। ਤੇ ਨਾਲ ਦੀ ਨਾਲ ਸ਼ਿਕਾਇਤ ਇਹ ਵੀ ਆ ਬੈਂਕ ਆਫ ਇੰਡੀਆ ਦੀ ਕਿ ਉਹਨਾਂ ਨੇ ਇਹ ਜਿਹੜੇ ਲੋਨ ਆ ਜਿਸ ਪਰਪਸ ਲਈ ਲਏ ਉਸ ਪਰਪਸ ਲਈ ਖਰਚੇ ਨਹੀਂ। ਸਵਲੀਨ ਜੀ, ਅਸੀਂ ਸਾਰੇ ਲੋਕ ਜਾਣਦੇ ਹਾਂ ਕਿ ਕਰਜ਼ੇ ਬਾਕੀ ਹਿੰਦੁਸਤਾਨ ਦੇ ਹਿੱਸਿਆਂ ਦੀ ਗੱਲ ਛੱਡ ਦਈਏ, ਜੇ ਪੰਜਾਬ ਦੀ ਹੀ ਗੱਲ ਕਰੀਏ ਤੇ ਜਿਸ ਪਰਪਸ ਲਈ ਅਸੀਂ ਕਰਜ਼ੇ ਲੈਂਦੇ ਹਾਂ ਉਸ ਪਰਪਸ ਲਈ ਕਦੇ ਵੀ ਨਹੀਂ ਖਰਚਦੇ। ਚਲੋ ਖੈਰ, ਅਸੀਂ ਇਸ ਗੱਲ ਦੀ ਹੁਣ ਗੱਲ ਕਰੀਏ ਤੇ ਉੱਥੇ ਗੱਜਣ ਮਾਜਰਾ ਨੇ ਕਿਹਾ ਕਿ ਇਹ ਜਿਹੜਾ ਮਸਲਾ ਆ ਉਹ ਰਾਜਨੀਤੀ ਤੋਂ ਪ੍ਰੇਰਿਤ ਆ, ਜਿੱਦਾਂ ਕਿ ਸਾਰੇ ਲੋਕ ਅਕਸਰ ਇਹ ਗੱਲ ਕਰਦੇ ਨੇ। ਪਰ ਜੇਕਰ ਬੈਂਕ ਦੀ ਸ਼ਿਕਾਇਤ ਆ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ। ਉਹਨਾਂ ਦੇ ਕੋਲੋਂ ਕੁਝ ਕੈਸ਼ ਵੀ ਉਹਨਾਂ ਦੇ ਘਰੋਂ ਬਰਾਮਦ ਹੋਇਆ, ਕਾਫੀ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਉੱਥੋਂ ਦੀ ਜਿਹੜੀ CBI ਸੀ ਉਹ ਲੈ ਗਈ ਆ। ਉਹਨਾਂ ਦੇ ਕੋਲੋਂ ਕੁਝ ਵਿਦੇਸ਼ੀ ਕਰੰਸੀ ਜਿਹੜੀ ਆ ਫੜੀ ਗਈ ਆ ਤੇ ਬਹੁਤ ਸਾਰੇ ਬਲੈਂਕ
ਚੈੱਕ ਉਹਨਾਂ ਦੇ ਘਰੋਂ ਬਰਾਮਦ ਹੋਏ ਨੇ, ਵੱਖ-ਵੱਖ ਲੋਕਾਂ ਦੇ ਨਾਲ ਉਹਨਾਂ ਦੇ ਨਾਲ ਆਧਾਰ ਕਾਰਡ ਵੀ ਲੱਗੇ ਹੋਏ ਸੀ। ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਇੰਨਾ ਕੁਝ ਉਹਨਾਂ ਦੇ ਕੋਲ ਕਿਉਂ ਆ। ਜਿਸ ਕੰਪਨੀ 'ਚ ਉਹ ਡਾਇਰੈਕਟਰ ਨੇ, ਜੇ ਉਸ ਕੰਪਨੀ ਨੇ ਲੋਨ ਪੇ ਨਹੀਂ ਕੀਤਾ ਤੇ ਕੀ ਇਹ ਸਾਰੀ ਜਾਣਕਾਰੀ ਉਹਨਾਂ ਨੇ ਚੋਣ ਕਮਿਸ਼ਨ ਨੂੰ ਦਿੱਤੀ ਸੀ? ਜੇ ਦਿੱਤੀ ਸੀ ਤਾਂ ਕੀ ਉਹਨਾਂ ਦੀ ਜਿਹੜੀ ਚੋਣ ਆ ਉਹਦੇ ਤੇ ਕੋਈ ਆਂਚ ਆਉਂਦੀ ਆ? ਇਹ ਸਾਰੀਆਂ ਚੀਜ਼ਾਂ ਹੁਣ CBI ਦੇਖਦੀ ਆ ਜਾਂ ਪੰਜਾਬ ਸਰਕਾਰ ਆਪਣੇ ਤੌਰ ਤੇ ਦੇਖਦੀ ਆ? ਪੰਜਾਬ ਸਰਕਾਰ CBI ਨੂੰ ਇਹ ਸਾਰੀ ਅਧਿਕਾਰ ਦੇਵੇਗੀ ਕਰਨ ਦੇ ਕਿ ਨਹੀਂ ਦੇਵੇਗੀ? ਕੀ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਇਹਦੇ ਤੇ ਕੋਈ ਸਖਤ ਸਟੈਂਡ ਲੈਂਦੇ ਨੇ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਵਾਂਗ ਆਪਣੇ ਸਮੇਂ ਦੇ ਉੱਤੇ ਜਿੰਨੇ ਵੀ ਘਪਲੇ ਘੁਟਾਲੇ ਹੋਏ ਉਹਨਾਂ ਸਾਰਿਆਂ ਲਈ ਆਪਣੇ ਮਿਨਿਸਟਰਾਂ ਨੂੰ ਬਿਨਾਂ ਦੇਖੇ ਬਿਨਾਂ ਜਾਣੇ ਕਲੀਨ ਚਿੱਟ ਦੇ ਦਿੰਦੇ ਨੇ? ਸਾਰਾ ਕੁਝ ਆਉਣ ਵਾਲੇ ਸਮੇਂ 'ਚ ਸਾਫ਼ ਹੋਵੇਗਾ। ਅਗਲਾ ਮੁੱਦਾ ਸਿਆਸਤ ਤੋਂ ਥੋੜਾ ਜਿਹਾ ਪਰੇ ਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਬੰਦਾ ਸੋਚਦਾ ਕਿ ਚੱਲ ਮੈਂ ਪੈਟਰੋਲ ਨਾਲ ਚੱਲਣ ਵਾਲਾ ਵਹੀਕਲ ਲੈਣਾ, ਮੈਂ ਇਲੈਕਟ੍ਰਿਕ ਵਹੀਕਲ ਲੈ ਲੈਣਾ ਆ। ਪਰ ਪਿਛਲੇ ਕੁਝ ਸਮੇਂ ਦੇ ਵੱਲ ਜੇ ਝਾਤੀ ਮਾਰੀਏ ਤੇ ਇਲੈਕਟ੍ਰਿਕ ਸਕੂਟਰਸ ਨੂੰ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸ਼ਰਮਾ ਜੀ ਸਾਹਮਣੇ ਆ ਰਹੀਆਂ ਨੇ। ਬਿਲਕੁਲ ਤੁਹਾਡੀ ਗੱਲ ਠੀਕ ਆ ਸੁਬਲੀਨ ਜੀ। ਊਰਜਾ ਦੇ ਖੇਤਰ ਦੇ ਵਿੱਚ ਜਿਹੜੀ ਤਬਦੀਲੀ ਆ ਤੇ ਤਰੱਕੀ ਆ ਬੜੀ ਸਪੀਡ ਨਾਲ ਹੁੰਦੀ ਆ। ਕਹਿੰਦੇ ਨੇ ਕਿ ਪਹੀਆ ਜਿਹੜਾ ਆ ਉਹ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਖੋਜ ਅੱਗ ਤੇ ਪਹੀਏ ਨੂੰ ਮੰਨਿਆ ਜਾਂਦਾ। ਉਸ ਤੋਂ ਬਾਅਦ ਫਿਰ ਮੋਬਾਈਲ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ, ਬਿਜਲੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਅੱਗ ਤੋਂ ਬਾਅਦ ਪਹੀਏ ਦੀ ਗੱਲ ਹੁੰਦੀ ਸੀ ਤੇ ਟਰਾਂਸਪੋਰਟੇਸ਼ਨ ਜਿਹੜੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਉਹਦੀ ਜਿਹੜੀ ਬਹੁਤ ਵੱਡੀ ਮਹੱਤਵ ਹੈ। ਤੇ ਤੇਲ ਦੀ ਤੁਸੀਂ ਗੱਲ ਕੀਤੀ, ਮੈਂ ਅੱਜ ਹੀ ਇੱਕ ਵਿਦਵਾਨ ਕੋਈ ਫੇਸਬੁੱਕ ਤੇ ਬੋਲ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰੀਕਲ ਵਹੀਕਲ ਜਿਹੜੇ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਇੰਨੇ ਕੁ ਹਾਵੀ ਹੋ ਜਾਣੇ ਨੇ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਪਾਣੀ ਤੋਂ ਵੀ ਘਟ ਜਾਣਗੀਆਂ। ਹਾਲ ਦੀ ਘੜੀ ਤੇ ਸੁਣਨ ਨੂੰ ਬਹੁਤ ਚੰਗੀ ਗੱਲ ਲੱਗਦੀ ਆ, ਪਰ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਪਾਣੀ ਦੀਆਂ ਕੀਮਤਾਂ ਵੱਧ ਹੀ ਇੰਨੀਆਂ ਜਾਣੀਆਂ ਕਿ ਤੇਲ ਦੀਆਂ ਕੀਮਤਾਂ ਘੱਟ ਲੱਗਣਗੀਆਂ। ਜੇ ਤੁਹਾਡੇ ਅੱਜ ਦੇ ਸਵਾਲ ਦੀ ਗੱਲ ਕਰੀਏ ਤੇ ਬਿਲਕੁਲ ਠੀਕ ਆ। ਬੀਤੇ ਸਮੇਂ ਦੇ ਵਿੱਚ 38 ਤੋਂ 40 ਇਲੈਕਟ੍ਰੀਕਲ ਵਹੀਕਲ ਸਕੂਟਰ ਜਿਹੜੇ ਅਸੀਂ ਦੇਖਦੇ ਹਾਂ ਉਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਤੇ ਜਿਹੜੇ ਸੜਕ ਤੇ ਪਰਿਵਹਨ ਮੰਤਰੀ ਭਾਰਤ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਦੇਖਦੇ ਨੇ, ਨਿਤਿਨ ਗਡਕਰੀ, ਉਹ ਬਹੁਤ ਐਕਟਿਵ ਮੰਨੇ ਜਾਂਦੇ ਨੇ ਆਪਣੀ ਫੀਲਡ ਦੇ ਵਿੱਚ। ਤੇ ਉਹਨਾਂ ਨੇ ਹੁਣ ਇਹਦੀ ਜਾਂਚ ਦੇ ਨਿਰਦੇਸ਼ ਦਿੱਤੇ ਨੇ ਕਿ ਇਹ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੇ ਇਹ ਕਿਉਂ ਹੋ ਰਹੀਆਂ ਨੇ ਤੇ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਇਕੱਤਰ ਕੀਤੀ ਜਾਵੇ ਤੇ ਇਹਦੇ ਲਈ ਕੁਝ ਸਖਤ ਕਦਮ ਜਿਹੜੇ ਆ ਉਹ ਬਣਾਏ ਜਾਣ। ਸਵਲੀਨ ਜੀ, ਜੇ ਮੈਂ ਇਲੈਕਟ੍ਰੀਕਲ ਬੈਟਰੀ ਨਾਲ ਚੱਲਣ ਵਾਲੀਆਂ ਸਕੂਟਰਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਗੱਲ ਦੱਸਾਂ ਹੋਰ। ਜਦੋਂ ਕਿ ਮੋਬਾਈਲ ਫੋਨ ਭਾਰਤ ਵਿੱਚ ਨਵੇਂ-ਨਵੇਂ ਆਏ ਤੇ ਉਸ ਤੋਂ 5-4 ਸਾਲ ਬਾਅਦ ਬੜੇ ਸਾਰੇ ਫੋਨ ਨਾ ਚਾਈਨਾ ਤੋਂ ਆਉਣੇ ਸ਼ੁਰੂ ਹੋ ਗਏ। ਉਹ ਕਿਸੇ 'ਚ 1 ਸਪੀਕਰ, ਕਿਸੇ 'ਚ 2 ਸਪੀਕਰ, ਕਿਸੇ 'ਚ 4 ਸਪੀਕਰ, ਫਿਰ ਕਿਸੇ 'ਚ 1 ਸਿਮ, 2 ਸਿਮ, 4 ਸਿਮ। ਉਹ ਬੜੀ ਨਵੀਆਂ ਚੀਜ਼ਾਂ ਸੀ, ਅਲੱਗ-ਅਲੱਗ ਡਿਜ਼ਾਈਨ, ਅਲੱਗ-ਅਲੱਗ ਰੰਗ, ਤੇ ਪਤਾ ਨਹੀਂ ਉਹਦੇ 'ਚ ਕਿਹੜੇ-ਕਿਹੜੇ ਫੀਚਰ ਉਹਦੇ 'ਚ ਹੁੰਦੇ ਸੀ। ਪਰ ਫਿਰ ਉਹ ਥੋੜ੍ਹੇ ਕੁ ਦਿਨਾਂ ਬਾਅਦ ਸਮਝ ਆਈ ਕਿ ਉਹਨਾਂ ਦੇ ਵਿੱਚ ਤਾਂ IMEI ਨੰਬਰ ਹੀ ਨਹੀਂ ਹੁੰਦਾ ਸੀ ਜਿਹੜਾ ਕਿ ਫ਼ੋਨ ਨੂੰ ਇੱਕ ਰਜਿਸਟਰਡ ਉਪਕਰਨ ਬਣਾਉਂਦਾ ਆ ਤਾਂ ਜੋ ਉਹਦੀ ਲੋਕੇਸ਼ਨ ਪਤਾ ਲੱਗ ਸਕੇ ਤੇ ਕਿਸੇ ਕ੍ਰਾਈਮ ਹੋਣ ਦੇ ਵੇਲੇ ਉਹਦੀ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਸਕੇ। ਫਿਰ ਉਹ ਜਿਹੜੇ ਨਵੇਂ ਬ੍ਰਾਂਡਾਂ ਦੇ, ਬਿਨਾਂ ਬ੍ਰਾਂਡਾਂ ਦੇ ਜਾਂ ਅਨਆਰਗੇਨਾਈਜ਼ਡ ਸੈਕਟਰ ਤੋਂ ਬਣੇ ਹੋਏ ਮੋਬਾਈਲ ਸੀ, ਉਹ ਭਾਰਤ ਦੀ ਮਾਰਕੀਟ 'ਚੋਂ ਇੱਕਦਮ ਗਾਇਬ ਹੋ ਗਏ। ਤੇ ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜੇ ਇਲੈਕਟ੍ਰਿਕ ਵਹੀਕਲ ਜਿਹੜੇ ਬਿਜਲੀ ਨਾਲ ਚੱਲਣ ਵਾਲੀਆਂ ਬੈਟਰੀਆਂ ਆ ਰਹੀਆਂ ਨੇ, ਹਾਲ ਇਹਨਾਂ ਦਾ ਵੀ ਲਗਭਗ ਉਹੀ ਹੈ। ਜੇਕਰ ਇਹਦੀ ਅਸੀਂ ਗੱਲ ਕਰੀਏ ਤਾਂ ਇਹਦੇ ਲਈ AIS 156 ਮਾਨਕ ਲੱਗੇ ਹੋਏ ਨੇ, ਜਿਹਦੇ ਅਧੀਨ ਜਿਹੜੀ ਵੀ ਬੈਟਰੀ ਬਣਦੀ ਉਹਦੀ ਜਾਂਚ ਹੁੰਦੀ ਆ। ਉਹਦੇ ਲਈ ਕਈ ਸਾਰੇ ਜਿਹੜੇ ਨਿਯਮ ਤੈਅ ਨੇ ਕਿ ਉਹ ਬੈਟਰੀ ਕਿੰਨੇ ਸਮੇਂ 'ਚ ਚਾਰਜ ਹੁੰਦੀ ਆ, ਤਾਪਮਾਨ ਕਿੰਨਾ ਕੁ ਸਹਿ ਸਕਦੀ ਆ, ਕਿੰਨੇ ਸਮੇਂ 'ਚ ਉਹ ਓਵਰਚਾਰਜ ਹੋ ਜਾਂਦੀ ਆ, ਉਹਨੂੰ ਅੱਗ ਲੱਗਣ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ, ਉਹ ਕਿਸ ਸਪੀਡ ਤੱਕ ਦੇ ਲੱਗੇ ਹੋਏ ਝਟਕੇ ਸਹਿ ਸਕਦੀ ਆ, ਤੇ ਨਾਲ ਦੀ ਨਾਲ ਉਹਦੇ ਥਰਮਲ ਸ਼ੌਕ ਦੀ ਵੀ ਜਿਹੜੀ ਆ ਉਹ ਦੱਸੀ ਜਾਂਦੀ ਹੈ ਸਾਰੀਆਂ ਗੱਲਾਂ। ਮੈਨੂੰ ਇੱਦਾਂ ਲੱਗਦਾ ਆ ਕਿ ਸਾਡੇ ਕੋਲ ਜਿਹੜਾ ਇਹ ਉਪਕਰਨ ਆ ਰਹੇ ਨੇ ਉਹ ਕੰਪਨੀਆਂ ਜਿਹੜੀਆਂ ਨੇ ਉਹ ਬਿਲਕੁਲ ਦੇਸੀ ਨੇ ਜਾਂ ਚਾਈਨਾ ਤੋਂ ਨੇ, ਤੇ ਫਿਰ ਇੱਥੇ ਭਾਰਤ ਦੇ ਵਿੱਚ ਉਹਨਾਂ ਨੂੰ ਸਿਰਫ ਔਰ ਸਿਰਫ ਮੰਡੀ ਦੇ ਰੂਪ 'ਚ ਦੇਖ ਲਿਆ ਜਾਂਦਾ ਕਿ ਇੱਥੇ ਸਾਰਾ ਕੁਝ ਜਿਹੜਾ ਆ ਉਹ ਭੇਜ ਦਿਓ, ਟੈਸਟ ਇੱਥੇ ਆ ਕੇ ਹੀ ਹੋ ਜਾਣਾ। ਅਸੀਂ ਬੀਤੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਅਜਿਹੀਆਂ ਦੇਖੀਆਂ ਨੇ, ਬਹੁਤ ਸਾਰੀਆਂ ਦਵਾਈਆਂ ਦੇਖੀਆਂ ਨੇ ਜਿਹੜੀਆਂ ਕਿ ਭਾਰਤ ਦੇ ਵਿੱਚ ਬਿਨਾਂ ਕਿਸੇ ਮਨਜ਼ੂਰੀ ਤੋਂ ਦੁਨੀਆ ਦੀਆਂ ਬਣੀਆਂ ਹੋਈਆਂ ਦਵਾਈਆਂ ਇੱਥੇ ਟੈਸਟ ਕਰ ਲਈਆਂ ਜਾਂਦੀਆਂ ਨੇ। ਕਿਉਂਕਿ ਅਸੀਂ ਜਾਣਦੇ ਹਾਂ ਜਦੋਂ ਕੋਈ ਨਵੀਂ ਦਵਾਈ ਬਣਦੀ ਆ ਤੇ ਪਹਿਲਾਂ ਉਹ ਜਾਨਵਰਾਂ 'ਤੇ ਟੈਸਟ ਕੀਤੀ ਜਾਂਦੀ ਆ, ਉਸ ਤੋਂ ਬਾਅਦ ਬੰਦਿਆਂ 'ਤੇ ਵੀ ਉਹਦੇ ਟੈਸਟ ਹੁੰਦੇ ਆ। ਅਸੀਂ ਕਰੋਨਾ ਦੇ ਦੌਰਾਨ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ। ਤੇ ਇਹ ਜਿਹੜੀਆਂ ਬੈਟਰੀਜ਼ ਨਾਲ ਚੱਲਣ ਵਾਲੀਆਂ ਸਕੂਟਰ ਜਾਂ ਸਕੂਟਰੀਆਂ ਜੋ ਵੀ ਅਸੀਂ ਇਹਨਾਂ ਨੂੰ ਕਹਿੰਦੇ ਆ, ਇਹਨਾਂ ਦੇ ਮਸਲੇ ਦੇ ਵਿੱਚ ਵੀ ਹਾਲਾਤ ਕੁਝ ਅਜਿਹੇ ਹੀ ਹਨ। ਸੋ ਆਉਣ ਵਾਲੇ ਦਿਨਾਂ 'ਚ ਆਸ ਕਰਦੇ ਹਾਂ ਕਿ ਸਰਕਾਰ ਜੇ ਜਾਗੀ ਆ, ਪਹਿਲਾਂ ਤਾਂ ਹੋਣਾ ਇਹ ਚਾਹੀਦਾ ਕਿ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਆ ਉਹ ਆਵੇ ਹੀ ਤੁਹਾਡੀ ਮਨਜ਼ੂਰੀ ਦੇ ਨਾਲ,
ਪਰ ਹੁਣ ਚਲੋ ਜੇ 38-40 ਸਕੂਟਰ ਅੱਗ ਲੱਗਣ ਤੋਂ ਬਾਅਦ ਵੀ ਜੇ ਸਰਕਾਰ ਜਾਗੀ ਹੈ ਤੇ ਇਸ ਸਾਰੇ ਦੇ ਉੱਤੇ ਜਿਹੜੀ ਹੈ ਜਾਂਚ ਪੜਤਾਲ ਵੀ ਹੋਵੇ। ਜਾਂਚ ਪੜਤਾਲ ਤੋਂ ਵੀ ਵੱਡੀ ਤੇ ਜ਼ਰੂਰੀ ਗੱਲ ਇਹ ਹੈ ਕਿ ਅੱਗੋਂ ਜਿਹੜਾ ਵੀ ਸਮਾਨ ਆਉਂਦਾ ਹੈ ਉਹ ਜਿਹੜੇ ਆ ਉਹ ਮਾਨਕਾਂ ਦੇ ਅਧੀਨ, ਨਿਯਮਾਂ ਦੇ ਅਧੀਨ ਖਰਾ ਹੋਵੇ, ਤਾਂ ਜੋ ਲੋਕ ਜੇ ਪੈਸੇ ਖਰਚਦੇ ਨੇ ਇਹ ਸੋਚ ਕੇ ਕਿ ਉਹਨਾਂ ਨੂੰ ਤੇਲ ਦੀਆਂ ਕੀਮਤਾਂ ਤੋਂ ਰਾਹਤ ਮਿਲੇ, ਤਾਂ ਉਹਨਾਂ ਦੇ ਜਿਹੜੇ ਕੰਮ ਆਉਣ ਵਾਲੇ ਔਜ਼ਾਰ ਨੇ, ਜੇ ਕਿਸੇ ਵੇਲੇ ਕੁ ਵੇਲੇ ਬੰਦਾ ਸੋਚਦਾ ਹੈ ਕਿ ਮੈਂ ਤੇਲ ਦੀ ਵਰਤੋਂ ਕੀਤੇ ਬਿਨਾਂ ਹੀ ਇਹ ਸਕੂਟਰ ਲੈ ਕੇ ਖੇਤ ਦਾ ਜਾਂ ਨੇੜੇ ਦੇ ਬਾਜ਼ਾਰ ਦਾ ਚੱਕਰ ਲਾ ਆਵਾਂ, ਤੇ ਉਹ ਅੱਗ ਲਾ ਕੇ ਫੂਕੇ ਨਾ ਜਾਣ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰਦੇ ਹਾਂ ਹੁਣ ਭਾਰਤ ਦੀ ਤੇ ਪਾਕਿਸਤਾਨ ਦੀ। 800 ਤੋਂ ਵੱਧ ਹਿੰਦੂ ਜਿਹੜੇ ਨੇ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਉਂਦੇ ਨੇ, ਫਿਰ ਭਾਰਤ ਤੋਂ ਉੱਠ ਕੇ ਪਾਕਿਸਤਾਨ ਚਲ ਜਾਂਦੇ ਨੇ। ਕੀ ਹੈ ਜੀ ਪੂਰਾ ਮਾਮਲਾ? ਦੇਖੋ ਸਵਲੀਨ ਜੀ, ਜਦੋਂ ਤੋਂ ਮਨੁੱਖ ਬਣਿਆ, ਅਸੀਂ ਹੁਣੇ ਗੱਲ ਕਰਦੇ ਹਟੇ ਹਾਂ ਪਹੀਏ ਦੀ, ਤੇ ਉਹ ਚੰਗੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਕਿਤੇ ਨਾ ਕਿਤੇ ਜਾਂਦਾ ਹੀ ਰਹਿੰਦਾ। ਸਾਡੇ ਆਪਣੇ ਪੰਜਾਬ ਦੀ ਜੇ ਗੱਲ ਕਰੀਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕਿਸੇ ਜ਼ਮਾਨੇ ਦੇ ਕਦੇ ਸਿੰਗਾਪੁਰ, ਕਦੇ ਮਲੇਸ਼ੀਆ, ਕਦੇ ਇੰਗਲੈਂਡ, ਉਹਨੂੰ ਬਰਤਾਨੀਆ ਵੀ ਕਹਿੰਦੇ ਸੀ, ਬਲੈਤ ਵੀ ਕਹਿੰਦੇ ਸੀ, ਤੇ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸ਼ਾਇਦ ਹੀ ਕੋਈ ਦੁਨੀਆ ਦਾ ਅਜਿਹਾ ਦੇਸ਼ ਹੋਵੇ ਜਿੱਥੋਂ ਇੱਥੋਂ ਪੰਜਾਬੀ ਨਹੀਂ ਗਏ। ਪਾਕਿਸਤਾਨ ਦੀ ਗੱਲ ਕਰੀਏ ਤੇ ਸਾਡੇ ਆਪਣਾ ਇੱਕੋ ਹੀ ਮੁਲਕ ਸੀ, 47 'ਚ ਵੰਡ ਹੋ ਗਈ, ਕਾਫੀ ਲੋਕ ਉੱਧਰ ਰਹਿ ਗਏ। ਹਾਲਾਂਕਿ ਵੰਡ ਧਰਮ ਦੇ ਆਧਾਰ 'ਤੇ ਹੋਈ ਸੀ, ਉਹ ਮੁਸਲਿਮ ਨੇਸ਼ਨ ਬਣਿਆ ਸੀ ਦੁਨੀਆ ਦਾ, ਪਰ ਰੋਟੀ ਤੇ ਚੰਗੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਲੋਕ ਇੱਧਰ ਉੱਧਰ ਹੁੰਦੇ ਰਹਿੰਦੇ ਨੇ। ਜਿਹੜਾ ਤੁਹਾਡਾ ਸਵਾਲ ਆ 800 ਲੋਕਾਂ ਦੇ ਵਾਪਸ ਜਾਣ ਦਾ, ਸੀਮਾਂਤ ਲੋਕ ਸੰਗਠਨ SLS 2005 ਦੀ ਬਣੀ ਹੋਈ ਸੰਸਥਾ ਹੈ, ਜਿਹਦੇ ਮੁਖੀ ਦਾ ਨਾਮ ਮੈਂ ਜੇ ਦੱਸਾਂ ਤੇ ਹਿੰਦੂ ਸਿੰਘ ਸੋਢਾ ਉਹਨਾਂ ਨੂੰ ਕਹਿੰਦੇ ਨੇ। ਉਹਨਾਂ ਨੇ ਇਹ ਸੰਗਠਨ ਬਣਾਇਆ, ਪਾਕਿਸਤਾਨ ਵਿਸਥਾਪਤ ਸੰਘ ਵੀ ਬਣਾਇਆ ਸੀ 1999 ਦੇ ਵਿੱਚ ਇਹਨਾਂ ਨੇ। ਇਹ ਪਾਕਿਸਤਾਨ ਤੋਂ ਆਉਣ ਵਾਲੀ ਮਾਈਨੋਰਟੀਜ਼, ਜਿਹੜੇ ਘੱਟ ਗਿਣਤੀ ਧਰਮਾਂ ਦੇ ਲੋਕ ਨੇ, ਪਾਕਿਸਤਾਨ ਤੋਂ ਹਿੰਦੁਸਤਾਨ ਆਉਂਦੇ ਨੇ, ਉਹਨਾਂ ਲਈ ਕੰਮ ਕਰਦੇ ਨੇ। ਉਹਨਾਂ ਦੀ ਜਾਂਚ ਦੇ ਆਧਾਰ 'ਤੇ ਹੀ ਇੱਕ ਲੇਖ ਅੱਜ ਦੇ ਇੱਕ ਅੰਗਰੇਜ਼ੀ ਦੇ ਵੱਡੇ ਅਖਬਾਰ ਦੇ ਵਿੱਚ ਛਪਿਆ, ਉਹਦੀ ਅਸੀਂ ਗੱਲ ਕਰਨ ਲੱਗੇ ਸੀ। ਇਹ ਤੁਸੀਂ ਬਿਲਕੁਲ ਸਹੀ ਦੱਸਿਆ ਕਿ 800 ਤੋਂ ਵੱਧ ਲੋਕ ਬੜੇ ਲੰਬੇ ਸਮੇਂ ਤੋਂ ਭਾਰਤ 'ਚ ਰਹਿ ਰਹੇ ਸੀ, ਤੇ ਹੁਣ ਉਹ ਬੀਤੇ ਸਮੇਂ ਦੇ ਦੌਰਾਨ ਉਹ ਵਾਪਸ ਚਲ ਗਏ ਨੇ। ਹਿੰਦੂ ਸਿੰਘ ਸੋਢਾ ਦੱਸਦੇ ਨੇ ਕਿ ਰਾਜਸਥਾਨ ਦੇ ਵਿੱਚ ਹੀ 25,000 ਤੋਂ ਵੱਧ ਲੋਕ ਅਜਿਹੇ ਨੇ ਜਿਹੜੇ ਰਹਿ ਰਹੇ ਨੇ, ਜਿਹੜੇ ਕਿ ਉਡੀਕ ਰਹੇ ਨੇ ਕਿ ਸਾਨੂੰ ਇੱਥੇ ਨਾਗਰਿਕਤਾ ਮਿਲ ਜਾਏ। ਜਦੋਂ ਅਸੀਂ ਇਸ ਸਵਾਲ ਦੀ ਗੱਲ ਕਰਦੇ ਹਾਂ, ਫਿਰ ਸਾਡੇ ਸਾਹਮਣੇ ਇੱਕ 2019 ਦਾ ਬਣਾਇਆ ਹੋਇਆ ਕਾਨੂੰਨ CAA ਬੜਾ ਯਾਦ ਆਉਂਦਾ। ਸ਼ਾਹੀਨ ਬਾਗ ਸਾਨੂੰ ਯਾਦ ਆਉਂਦਾ, ਉੱਥੇ ਵੱਡੇ ਪ੍ਰਦਰਸ਼ਨ ਹੋਏ, ਵੱਡਾ ਧਰਨਾ ਲੱਗਾ ਰਿਹਾ। ਅਸਾਮ ਦੇ ਵਿੱਚ ਵੀ ਬੜਾ ਰੌਲਾ ਰੱਪਾ ਪਿਆ। ਭਾਰਤ ਦੇ ਸਾਰੇ ਭਾਰਤ ਦੇ ਵਿੱਚ CAA ਨੂੰ ਲੈ ਕੇ ਪੂਰਾ ਰਾਮ ਰੌਲਾ ਪਿਆ ਰਿਹਾ, ਤੇ ਅਮਿਤ ਸ਼ਾਹ ਕਹਿੰਦੇ ਸੀ ਕਿ CAA ਨੂੰ ਅਸੀਂ ਲਾਗੂ ਕਰਨਾ ਹੀ ਕਰਨਾ। CAA 2019 ਦੇ ਅਧੀਨ ਸਾਡੇ ਆਲੇ ਦੁਆਲੇ 3-4 ਮੁਲਕਾਂ ਤੋਂ, ਖਾਸ ਤੌਰ 'ਤੇ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ, ਸਿੱਖ, ਬੋਧੀ, ਜੈਨੀ, ਪਾਰਸੀ ਤੇ ਈਸਾਈ ਤਬਕੇ ਦੇ ਲੋਕ ਇੱਥੇ ਜਿਹੜੇ 2014 ਤੋਂ ਪਹਿਲਾਂ ਦੇ ਆਏ ਹੋਏ ਨੇ, ਉਹਨਾਂ ਨੂੰ ਸ਼ਰਨ ਵੀ ਦੇਣ ਦੀ ਤੇ ਨਾਗਰਿਕਤਾ ਦੇਣ ਦਾ ਵੀ ਜਿਹੜਾ ਆ ਉਹ ਪ੍ਰੋਵੀਜ਼ਨ ਉਸ ਕਾਨੂੰਨ 'ਚ ਰੱਖਿਆ ਹੋਇਆ। ਰੌਲਾ ਰੱਪਾ ਵੀ ਪੈ ਗਿਆ, ਦੰਗੇ ਵੀ ਹੋ ਗਏ, ਲੋਕ ਵੀ ਮਰ ਗਏ, ਪ੍ਰਦਰਸ਼ਨ ਵੀ ਹੋ ਗਏ। ਕਾਨੂੰਨ ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਪਾਸ ਕਰਤਾ, ਤੇ ਰਾਸ਼ਟਰਪਤੀ ਜੀ ਨੇ ਵੀ ਪਾਸ ਕਰਤਾ, ਪਰ ਲਾਗੂ ਫੇਰ ਨਹੀਂ ਹੋਇਆ। ਹੁਣ ਲਾਗੂ ਕਿਉਂ ਨਹੀਂ ਹੋਇਆ? ਕਿਉਂਕਿ ਕਾਨੂੰਨ ਦੇ ਜਿਹੜੇ ਨਿਯਮ ਤੇ ਕਾਇਦੇ ਨੇ ਉਹ ਸਾਰੇ ਦੇ ਸਾਰੇ ਹਾਲੇ ਤੱਕ ਸੈੱਟ ਨਹੀਂ ਕੀਤੇ ਗਏ। ਹੁਣ ਇੱਕ ਐਸਾ ਕਾਨੂੰਨ ਹੈ ਜਿਹੜਾ ਬਣ ਵੀ ਗਿਆ, ਪਾਸ ਵੀ ਕਰਤਾ, ਤੇ ਨਿਯਮ ਹਾਲੇ ਸੈੱਟ ਨਹੀਂ ਹੋਏ। ਇਹ ਤਾਂ ਸਰਕਾਰਾਂ ਹੀ ਜਾਣਨ, ਅਸੀਂ ਉਹਨਾਂ ਦੀਆਂ ਗੱਲਾਂ 'ਚ ਕੀ ਗੱਲ ਕਰਨੀ। ਪਰ ਗੱਲ ਇਹ ਆ ਕਿ ਇਹ ਲੋਕ 800 ਵਾਪਸ ਕਿਉਂ ਗਏ, ਤੇ 20-25,000 ਜਿਹੜੇ ਬੈਠੇ ਨੇ ਉਹਨਾਂ ਦੀ ਸਥਿਤੀ ਕੀ ਹੈ। 2018 ਦੇ ਵਿੱਚ ਇਸੇ ਸਰਕਾਰ ਨੇ ਇੱਕ ਵੈੱਬ ਪੋਰਟਲ ਬਣਾ ਦਿੱਤਾ, ਤੇ ਉੱਥੇ ਆਨਲਾਈਨ ਤੁਸੀਂ ਐਪਲੀਕੇਸ਼ਨ ਪਾ ਦਿਓ, ਤੇ ਮਿਨਿਸਟਰੀ ਜਿਹੜੀ ਹੋਮ ਮਿਨਿਸਟਰੀ ਆ ਜਾਂ ਐਕਸਟਰਨਲ ਅਫੇਅਰ ਮਿਨਿਸਟਰੀ ਜਿਹੜੀ ਆ, ਉਹ ਤੁਹਾਡੀ ਐਪਲੀਕੇਸ਼ਨ ਨੂੰ ਚੈੱਕ ਕਰਕੇ ਤੇ ਤੁਹਾਨੂੰ ਜਿਹੜੀ ਨਾਗਰਿਕਤਾ ਉਹ ਪ੍ਰਦਾਨ ਕਰ ਦਊਗੀ। ਗੁਜਰਾਤ, ਪੰਜਾਬ, ਹਰਿਆਣਾ, ਰਾਜਸਥਾਨ ਸਮੇਤ 7 ਸੂਬੇ ਨੇ ਜਿੱਥੇ 16 ਕਲੈਕਟਰ ਜਿਹੜੇ ਨੇ ਡਿਸਟ੍ਰਿਕਟ ਲੈਵਲ ਦੇ ਅਫਸਰ ਲਾ ਦਿੱਤੇ ਗਏ, ਜਿਹੜੇ ਇਹ ਐਪਲੀਕੇਸ਼ਨਾਂ ਜਿਹੜੀਆਂ ਆ ਉਹ ਬਾਈ ਹੈਂਡ ਵੀ ਲੈਂਦੇ ਸੀ। ਹੁਣ ਸਮੱਸਿਆ ਕੀ ਆਈ ਕਿ ਇਹ ਲੋਕ ਕਾਫੀ ਸਮੇਂ ਦੇ ਆਏ ਹੋਏ ਸੀ, ਇਹਨਾਂ ਦੇ ਪਾਸਪੋਰਟ ਐਕਸਪਾਇਰ ਹੋ ਗਏ ਸੀ,
ਤੇ ਉਹ ਪੋਰਟਲ ਜਿਹੜਾ ਆ ਉਹ ਐਕਸਪਾਇਰ ਹੋਏ ਪਾਸਪੋਰਟ ਨੂੰ ਅਸੈਪਟ ਨਹੀਂ ਸੀ ਕਰਦਾ। ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਦਿੱਲੀ ਪਾਕਿਸਤਾਨ ਦੀ ਜਿਹੜੀ ਐਮਬੈਸੀ ਆ ਉੱਥੇ ਜਾ ਕੇ ਆਪਣੇ ਪਾਸਪੋਰਟ ਰੀਨਿਊ ਕਰਾਉਣ ਲਈ ਦੌੜ ਭੱਜ ਵੀ ਕੀਤੀ ਤੇ ਉੱਥੇ ਉਹਨਾਂ ਦੀ ਜਿਹੜੀ ਪਾਕਿਸਤਾਨ ਦੀ ਐਮਬੈਸੀ ਦੀ ਪਾਸਪੋਰਟ ਦੀ ਰੀਨਿਊਅਲ ਫੀਸ ਆ ਉਹ ਸਵਲੀਨ ਜੀ ਬਹੁਤ ਜ਼ਿਆਦਾ ਸੀ। ਕੁਛ ਕਦੇ ਹੋਏ, ਕੁਛ ਕਦੇ ਨਹੀਂ ਹੋਏ, ਪਰ ਉਹਨਾਂ ਨੇ ਦੇਖਿਆ ਕਿ ਸਮਾਂ ਬਚਦਾ ਨਹੀਂ, ਇੱਥੇ ਵੀ ਰਹਿ ਨਹੀਂ ਸਕਦੇ ਤੇ ਉੱਥੇ ਵੀ ਰਹਿ ਨਹੀਂ ਸਕਦੇ, ਸਿਟੀਜ਼ਨਸ਼ਿਪ ਵੀ ਮਿਲਦੀ ਨਜ਼ਰ ਨਹੀਂ ਆਉਂਦੀ ਤੇ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਾਪਸ ਪਾਕਿਸਤਾਨ ਨੂੰ ਮੁੜ ਗਏ। ਹੁਣ ਉੱਥੇ ਉਹਨਾਂ ਦੇ ਹਾਲਾਤ ਹੋਰ ਖਰਾਬ ਨੇ। ਜਦੋਂ ਇੱਧਰੋਂ ਉੱਧਰ ਵਾਪਸ ਚਲੇ ਜਾਂਦੇ ਨੇ ਤੇ ਉੱਥੇ ਦੀਆਂ ਜਿਹੜੀਆਂ ਏਜੰਸੀਆਂ ਨੇ, ਕਿਉਂਕਿ ਇੱਦਾਂ ਤੇ ਹੈ ਨਹੀਂ ਕਿ ਇੱਥੇ ਹੀ ਰਾਜਨੀਤਿਕ ਦਲ ਨੇ ਤੇ ਇੱਥੇ ਹੀ ਹਰ ਚੀਜ਼ ਦਾ ਰਾਜਨੀਤੀਕਰਨ ਹੁੰਦਾ, ਉੱਥੇ ਵੀ ਉਨਾ ਹੀ ਹੁੰਦਾ। ਉੱਥੇ ਉਹਨਾਂ ਲੋਕਾਂ ਨੂੰ ਮਾਈਕ ਦੇ ਸਾਹਮਣੇ ਲਿਆ ਕੇ ਜਾਂ ਕੈਮਰੇ ਦੇ ਸਾਹਮਣੇ ਲਿਆ ਕੇ ਬਹੁਤ ਕੁਝ ਬੁਲਵਾਇਆ ਜਾਂਦਾ ਤੇ ਉਹਨਾਂ ਦੇ ਕੋਲੋਂ ਬਹੁਤ ਕੁਝ ਭਾਰਤ ਦੇ ਖਿਲਾਫ ਵੀ ਪ੍ਰਦਰਸ਼ਨ ਜਿਹੜੇ ਆ ਜਾਂ ਸ਼ਬਦ ਜਿਹੜੇ ਉਹਨਾਂ ਦੇ ਮੂੰਹਾਂ 'ਚੋਂ ਕਢਵਾਏ ਜਾਂਦੇ ਨੇ। ਹੁਣ ਹਾਲਾਤ ਇਹ ਨੇ ਕਿ ਭਾਰਤ ਸਰਕਾਰ ਦਸੰਬਰ 21 ਤੱਕ ਆਪ ਦੱਸਦੀ ਆ ਕਿ 10,365 ਐਪਲੀਕੇਸ਼ਨ ਸਾਡੇ ਕੋਲ ਆਈਆਂ ਸੀ, ਜਿਹੜੀਆਂ ਕਿ ਲੋਕਾਂ ਨੇ ਇਹਨਾਂ ਆਲੇ ਦੁਆਲੇ ਦੇ ਮੁਲਕਾਂ ਤੋਂ ਆਏ ਹੋਏ ਸੀ। ਮਾਈਨੋਰਿਟੀਜ਼ ਦੇ ਵਿੱਚ ਬਹੁਤੇ ਕਰਕੇ ਹਿੰਦੂ ਸੀ ਜਿਨ੍ਹਾਂ ਨੇ ਇੱਥੇ ਨਾਗਰਿਕਤਾ ਮੰਗੀ ਸੀ। ਉਹਨਾਂ ਦੇ ਵਿੱਚੋਂ ਪਾਕਿਸਤਾਨ ਤੋਂ ਹੀ 7300 ਦੇ ਕਰੀਬ ਐਪਲੀਕੇਸ਼ਨਸ ਆਈਆਂ ਸੀ ਤੇ 8244 ਐਪਲੀਕੇਸ਼ਨ ਜਿਹੜੀਆਂ 2018, 2019, 2020 ਤੇ 2021 ਤੱਕ ਆ ਚੁੱਕੀਆਂ ਸੀ। ਹੁਣ ਦੇਖਣਾ ਇਹ ਬਣਦਾ ਹੈ ਕਿ ਇਹ ਜਿਹੜੀ ਸਾਡੀ ਮੌਕੇ ਦੀ ਸਰਕਾਰ ਆ, ਇਹ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਵੀ ਕਹਿੰਦੇ ਨੇ, RSS ਦੀ ਗੱਲ ਕਰਦੇ ਆ ਤਦ ਵੀ ਇਹ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਕਹਿੰਦੇ ਨੇ, ਪਰ ਜਿਹੜੇ ਲੋਕ ਇਹਨਾਂ ਤੋਂ ਵੀਜ਼ਾ ਮੰਗਦੇ ਨੇ ਉਹਦੇ ਲਈ ਫਿਰ ਇਹਨਾਂ ਦਾ ਜਿਹੜਾ ਪੋਰਟਲ ਆ ਉਹ ਜਾਮ ਹੋ ਜਾਂਦਾ ਹੈ ਤੇ ਪੋਰਟਲ ਕੰਮ ਨਹੀਂ ਕਰਦਾ। ਕਲੈਕਟਰ ਆਫਿਸ ਜਿਹੜੇ ਇਹਨਾਂ ਨੇ ਕਲੈਕਟਰ ਬਣਾਏ ਨੇ ਇਹਨਾਂ ਫਾਈਲਾਂ ਨੂੰ ਕਲੈਕਟ ਕਰਨ ਲਈ, ਉਹ IAS ਸੀਨੀਅਰ ਅਫਸਰ ਲਾਏ ਨੇ, ਉਹ ਵੀ ਇਹਨਾਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਪਾਉਂਦੇ। ਲੋਕ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਪੋਲੀਟੀਕਲ ਅਸਾਈਲਮ ਨੂੰ ਲੈ ਕੇ, ਜਿੱਦਾਂ ਸਾਡੇ ਲੋਕ ਉੱਥੇ ਬਾਹਰ ਜਾਂਦੇ ਨੇ ਇੱਦਾਂ ਹੀ ਇੱਥੇ ਵੀ ਉਹ ਲੋਕ ਆਏ ਪਰ ਉਹਨਾਂ ਨੂੰ ਵਾਪਸ ਜਾਣਾ ਪਿਆ। ਗੱਲ ਇਹ ਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਬਹੁਤ ਸਾਰੇ ਕੰਮ ਸਿਰਫ ਔਰ ਸਿਰਫ ਬਿਆਨ ਦੇਣ ਲਈ ਹੀ ਕਰਦੀਆਂ ਨੇ। ਕਾਨੂੰਨ ਦੇ ਨਾਮ 'ਤੇ ਰਾਮ ਰੌਲਾ ਬਥੇਰਾ ਪੈ ਜਾਂਦਾ ਹੈ, ਦੰਗੇ ਵੀ ਹੋ ਜਾਂਦੇ ਨੇ, ਪਰ ਉਹ ਜਿਹੜੇ ਲੋਕ ਨੇ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਨੇ, ਖੱਜਲ ਖਰਾਬ ਹੁੰਦੇ ਨੇ ਤੇ ਉਹ ਵਾਪਸ ਮੁੜ ਜਾਂਦੇ। ਜੀ, ਪ੍ਰੋਗਰਾਮ ਨੂੰ ਇੱਥੇ ਵਿਰਾਮ ਲਾਉਣ ਦਾ ਵੇਲਾ ਆ ਗਿਆ, ਦਰਸ਼ਕਾਂ ਤੋਂ ਵਿਦਾ ਲੈਣ ਦਾ ਸਮਾਂ ਆ ਗਿਆ। ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ। ਸ਼ੁਕਰੀਆ ਸੁਲੀਨ ਜੀ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਐਪੀਸੋਡ ਚੰਗਾ ਲੱਗਿਆ ਹੋਵੇਗਾ। ਕੱਲ੍ਹ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।